ਸਤਨਾਮ ਵਾਹਿਗੁਰੂ ਸਾਹਿਬ ਜੀ। ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ। तुम कहियत हो जगत गुरु स्वामी, हम कहियत कल जुग के कामी। हे प्राणनाथ गोबिंद है कृपा निदान जगद गुरो। हे संसार ताप हरण है, करुणा में सब दुख हरो। हे शरण जोग दयाल है, दीनानाथ मया करो। शरीर स्वस्थ क्षीण समय, सिमरंत नानक राम दामोदर माधव है। बेसुमार था अगनत तोलै, जो बुलाव हो त्यो नानक दास बोले। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराए तेहा हो करी वख्यान। सतनाम वाहिगुरु साहिब जी। हे कामं नरक बिसरामं, बहु जोनी परमावण है। हे कामं नरक बिसरामं, बहु जोनी परमावण है। चित हरणं त्रैलोक गम्यं, जप तप सील बिदारण है। अल्प सुख अवित चंचल, ऊच नीच समावण है। तब पै विमुंचित साध संगम, ओट नानक नारायण। तब पै विमुंचित साध संगम, ओट नानक नारायण। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वशल कृपा निध दया निध सतगुरु श्री गुरु ग्रंथ साहिब जी दीन दयाल पातशाह, तिन्हां दी अपार मिहरामत है, दया बख्शिश है, जो सतगुरु साहिब जी ने सानू सब नू अपनी पावन पवित्र हजूरी विच सतसंगत रूप विच जुड़ बैठ के गुर की शब्द कार कमाउण दा बल उद्यम भावना अवसर बख्शिश करके नवाजिश की है। सतगुरु की अमृतमयी बाणी दे जाप द्वारा जुड़ के असी सतगुरु की मेहरामत नूं मानण दा
ਪ੍ਰਾਪਤ ਕਰਨ ਦਾ ਨਿਰਮਲ ਯਤਨ ਕਰ ਰਹੇ ਸੀ। ਬੜੇ ਸੁਭਾਗਸ਼ਾਲੀ ਹਾਂ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਕਬੀਰ ਏਕ ਕਰੀ ਆਦੀ ਕਰੀ ਆਦੀ ਹੂੰ ਤੇ ਆਹਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਐਸੀਆਂ ਵਸਤਾਂ ਆਪ ਜੀ ਨੇ ਦੇਖੀਆਂ ਹੋਣਗੀਆਂ, ਰੋਜ਼ਾਨਾ ਵਰਤੋਂ ਦੇ ਵਿੱਚ ਵੀ ਲਿਆਉਂਦੇ ਹੋਵੋਗੇ, ਜਿਹੜੀਆਂ ਕੇਵਲ ਇੱਕ ਵਾਰੀ ਘੜੀਆਂ ਗਈਆਂ ਨੇ। ਤਾਂ ਇੱਕ ਵਾਰੀ ਘੜੀਆਂ ਗਈਆਂ ਨੇ ਚੰਗੀ ਤਰ੍ਹਾਂ ਨਾਲ, ਸ਼ੁੱਧਤਾ ਦੇ ਨਾਲ, ਮਜ਼ਬੂਤੀ ਦੇ ਨਾਲ, ਔਰ ਉਹ ਸਾਲਾਂ ਬੱਧੀ, ਇੱਥੋਂ ਤੱਕ ਕਿ ਸਦੀਆਂ ਬੱਧੀ ਵੀ ਚੱਲ ਜਾਂਦੀਆਂ ਨੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਤਸੰਗਤ ਦੀ ਮਹਾਨਤਾ ਨੂੰ ਗੁਰਬਾਣੀ ਦੇ ਉਪਦੇਸ਼ ਦੁਆਰਾ ਬਖਸ਼ਿਸ਼ ਕਰਦੇ ਨੇ ਕਿ ਏਕ ਘੜੀ, ਭਾਵ ਕਿ ਜੇ ਮਨੁੱਖ ਦੇ ਕਵੇ ਕਿ ਬਹੁਤਾ ਸਮਾਂ ਨਹੀਂ, ਇੱਕ ਘੜੀ ਮੇਰੇ ਪਾਸ ਹੈ, ਭਾਵ ਹੈ 24 ਮਿੰਟ। ਅਗਰ ਇੱਕ ਘੜੀ ਮਨੁੱਖ ਸਮਾਂ ਮੰਨ ਕੇ ਗੁਰੂ ਕੀ ਹਜ਼ੂਰੀ ਵਿੱਚ ਜੁੜਨ ਦੇ ਲਈ ਆਇਆ ਕਿ 24 ਮਿੰਟ ਟਿਕ ਕੇ ਬੈਠਣਾ, ਇੱਕ ਘੜੀ 24 ਮਿੰਟ ਦੀ ਮੰਨੀ ਜਾਂਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਏਕ ਘੜੀ ਆਦੀ ਕਰੀ। ਜੇ ਉਸ ਤੋਂ ਇੱਕ ਘੜੀ ਬੈਠਣ ਦਾ ਖਿਆਲ ਲੈ ਕੇ ਆਇਆ ਹੈ, ਅਗਰ ਮਨ ਨਹੀਂ ਸਾਧਿਆ ਗਿਆ, 12 ਮਿੰਟ ਵਿਅਰਥ ਚਲੇ ਗਏ, ਨਹੀਂ ਮਨ ਦੀ ਇਕਾਗਰਤਾ ਬਣੀ। ਆਦੀ ਹੂੰ ਤੇ ਆਦ, 12 ਤੋਂ ਵੀ ਅੱਧ 6 ਮਿੰਟ ਰਹਿ ਗਏ। ਆਦੀ ਹੂੰ ਤੇ ਆਦ, ਅੱਧੇ ਤੋਂ ਵੀ ਅੱਧ ਕੇਵਲ 3 ਕੁ ਮਿੰਟ ਦਾ ਸਮਾਂ ਬਚਿਆ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਅਗਰ ਇਹਨਾਂ 3 ਮਿੰਟਾਂ ਦੇ ਵਿੱਚ ਮਨ, ਬੁੱਧ, ਚਿੱਤ, ਸੁਰਤ ਦੀ ਕਿਤੇ ਇਕਾਗਰਤਾ 3 ਮਿੰਟ ਦੇ ਲਈ ਵੀ ਬਣ ਗਈ, ਤਾਂ ਇਹਦਾ ਇੰਨਾ ਭਾਰੀ ਬਲ ਹੈ, ਇੰਨਾ ਭਾਰੀ ਲਾਭ ਹੈ ਕਿ ਜੀਵਨ ਭਰ ਹੋ ਸਕਦਾ ਇਹਨਾਂ 3 ਮਿੰਟਾਂ ਦੀ ਸਾਧਨਾ ਨੂੰ ਮਨੁੱਖ ਜ਼ਿੰਦਗੀ ਭਰ ਮਾਣਦਾ ਰਹੇ। ਪਰ ਬੇਸ਼ਰਤੇ ਇਹ ਹੈ ਕਿ ਭਗਤਨ ਸੇਤੀ, ਇਹ ਨਹੀਂ ਕਿ ਓਪਰਾ ਮਨ ਰਹੇ। ਸ਼ਬਦ ਜੋ ਵੀ ਗੁਰਬਾਣੀ ਵਿੱਚ ਵਿਦਵਾਨ ਜਨਾਂ ਦਾ ਕਥਨ ਹੈ ਕਿ ਗੁਰਬਾਣੀ ਜਿਵੇਂ ਆਮ ਕਵੀ ਕਵਿਤਾ ਲਿਖਦੇ ਹਨ, ਤਾਂ ਉਹਨਾਂ ਦੇ ਖੁਦ ਦੇ ਕਹਿਣ ਦੀ ਗੱਲ ਹੈ ਕਿ ਇਹਦੇ ਵਿੱਚ ਵੀ ਜਿਹੜਾ ਸਾਰਾ ਵਾਕ ਹੈ, ਸ਼ੇਅਰ ਹੈ, ਇਹ ਸਾਰਾ ਪਾਏਦਾਰ ਨਹੀਂ, ਇਹਦੇ ਵਿੱਚ ਉੱਪਰਲੀ ਜਾਂ ਹੇਠਲੀ ਸਤਰ ਪਾਏਦਾਰ ਹੈ। ਪਰ ਸਤਿਗੁਰੂ ਕੀ ਬਾਣੀ ਦਾ ਹਰੇਕ ਵਾਕ, ਹਰੇਕ ਸ਼ਬਦ ਆਪਣੇ ਆਪ ਦੇ ਵਿੱਚ ਮਹਾਂ ਅਰਥ ਦੀ, ਮਹਾਂ ਗਿਆਨ ਦੀ ਜਿਹੜਾ ਖਜ਼ਾਨਾ ਹੈ ਉਹਨੂੰ ਸਮੋ ਕੇ ਰੱਖਦਾ। ਇਸ ਕਹਿੰਦੇ ਭਗਤਨ ਸੇਤੀ ਗੋਸ਼ਟੇ। ਭਗਤਨ ਦਾ ਭਾਵ ਕਿ ਸਭ ਕੁਝ ਪੰਜੇ ਗਿਆਨ ਇੰਦਰੇ ਸਾਧ ਕੇ ਗੁਰੂ ਕੀ ਉਪਦੇਸ਼ 'ਤੇ ਕੇਂਦਰਿਤ ਹੋ ਜਾਣ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਪਾਵਨ ਸ਼ਬਦ ਦੇ ਐਸੇ ਭਾਵ ਸਾਡੇ ਜੀਵਨ ਦਾ ਨਿਰਮਲ ਕਰਮ, ਦ੍ਰਿੜ ਅਮਲ ਦਾ ਅੰਗ ਬਣਨ ਜੀ। ਸਤਿਗੁਰੂ ਕੀ ਕਿਰਪਾ ਸਦਕਾ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਪਰਮਾਵਣ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਬਾਣੀ ਸ਼ਲੋਕ ਸਹਿਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਲੜੀਵਾਰ ਵਿਆਖਿਆ ਦੇ ਅੰਤਰਗਤ ਗੁਰੂ ਸਾਹਿਬ ਜੀ ਸਾਨੂੰ 5 ਵਿਕਾਰਾਂ ਬਾਬਤ ਵਿਸਥਾਰ ਦੇ ਨਾਲ ਉਪਦੇਸ਼ ਦੇ ਕੇ ਨਵਾਜ਼ਿਸ਼ ਕਰ ਰਹੇ ਹਨ। ਆਰੰਭ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਕੱਲ੍ਹ ਵਾਲੀ ਵਿਆਖਿਆ ਦੇ ਅੰਤਰਗਤ ਮੋਹ ਦੇ ਬਾਰੇ ਸਾਨੂੰ ਬਖਸ਼ਿਸ਼ ਕੀਤੀ ਸੀ ਕਿ ਇੱਕ ਐਸਾ ਆਕਰਸ਼ਣ ਹੈ, ਐਸਾ ਮਦ ਹੈ ਜਿਹੜਾ ਜੀਵਨ ਦੇ ਵਿੱਚ ਇਨਸਾਨਾਂ ਦੇ ਪਾਸੋਂ ਨਹੀਂ ਜਿੱਤਿਆ ਜਾਂਦਾ ਅਤੇ ਆਜੀਵਨ ਪਰ ਬਣਿਆ ਰਹਿੰਦਾ ਹੈ। ਪਰ ਜੇ ਮਨੁੱਖ ਸਤਿਗੁਰੂ ਦੀ ਸ਼ਰਨ ਚਲਿਆ ਜਾਏ ਤਾਂ ਇਸ ਮੋਹ ਨੂੰ ਵੀ ਸਾਧਣਾ ਆ ਜਾਂਦਾ ਹੈ। ਤਾਂ ਇਸੇ ਪ੍ਰਕਾਰ ਲੜੀਵਾਰ ਬਾਣੀ ਦੇ ਸ਼ਲੋਕਾਂ ਤਹਿਤ ਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਕਾਮ ਦੇ ਵਿਸ਼ੇ ਉੱਪਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਦੇ ਸਰਮੁਖ ਇੱਕ ਬਿਨੈ ਅਰਜ਼ ਕਰ ਦੇਵਾਂ, ਕਿਉਂਕਿ ਜਿਵੇਂ ਦੀ ਸਾਡੀ ਮਾਨਸਿਕਤਾ ਹੈ ਜਾਂ ਜਿਵੇਂ ਦਾ ਅਸੀਂ ਆਲੇ ਦੁਆਲੇ 'ਚ ਜਿਹੜੇ ਡਿਸਕੋਰਸ ਸੁਣਦੇ ਹਾਂ ਜਾਂ ਜਿਵੇਂ ਦਾ ਸਾਡਾ ਕਥਾ ਦਾ ਪ੍ਰਚਲਿਤ ਜਾਂ ਬਿਰਤਾਂਤ ਹੈ, ਉਹਦੇ ਵਿੱਚ ਜਦ ਕਦੇ ਕੋਈ ਗੱਲ ਡੈਪਥ ਦੇ ਵਿੱਚ ਜਾਂ ਬਹੁ ਪ੍ਰਤੀ ਵਿਚਾਰੀ ਜਾਂਦੀ ਹੈ ਤਾਂ ਉਹਦਾ ਕਿਤੇ ਨਾ ਕਿਤੇ ਕੋਈ ਪ੍ਰਤੀਕੂਲ ਭਾਵ ਲੈ ਕੇ ਤਾਂ ਉਹਨੂੰ ਵਿਵਾਦਤ ਜੀ ਕੋਈ ਦਿਸ਼ਾ ਦੇ ਦਿੱਤੀ ਜਾਂਦੀ ਹੈ।
पर सानू सतगुरु असी शब्द वरतते हैं शब्द विचार। शब्द विचार का भाव यह है कि जो सानू सतगुरु ने मत बुद्ध अकल का ताण बख्शिया है, ये सारे ताण बख्श के गुरु ने साडे सिर उपर मिहर का हथ रख के ते साडी जुबान नूं कुछ लफज कहण दा ते कुछ लफज सुनन दा बल बख्शिया है। पर इसे करके कि ये साडी साधना, ये कोई अंतम नहीं है, ये कोई पूरा नहीं है, पर यदा कि एक साधना के प्रोसैस। इस करके लड़ीवार विचार के अंतर्गत अगर कोई नुकता आप जी दी जिहड़ी बुद्धि की पकड़न समर्था है उहदे तो उपर रह जाए ਜਾਂ बहुत तीखण लगे तो उहदे लई मैं पहला ही खिमा दा जाचका। तो गुरु साहब जी बख्शिश करते हैं, हे कामं नरक विसरामं। जद कदे संसार दे विच पंजां विकारां दी गल चलदी है तो सब तो पहले तल ते आप जी पंज विकार किते भी पढ़े लिखो, किते पुस्तक विच लिखे होण, गुरबाणी विच होवे जां आम मनुख अपनी जुबान तो लफज गए तो पहला शब्द आएगा काम, क्रोध, लोभ, मोह ते अहंकार सब तो लास्ट ते आउंदा। हुण जदों भी असीं कोई शब्द उच्चारण करते हैं तो जान के नहीं अपने आप पहला आ जाता, उहदा कोई मनोविग्यानक कारण हुंदा जां उहदा वाਕਿਆ कोई अर्थ वाला आधार हुंदा जिहड़ा उहनूं उहदे पहले स्थान ते रखदा है। इसे करके गुरु साहिब जी अज दे पावन शब्द विच बख्शिश कर रहे हैं, हे कामं। काम नूं संबोधित हो के हुण काम दे अखरी अर्थ हैं। अखरी अर्थ का भाव जिन्हों सरल तरीके नाल जानना होवे की हुंदे। काम का सरल अखरी अर्थ ने इच्छा, कामना, भोग, विकल्प, इस तरह करके आदे अर्थ विद्वानां ने कीते ने। दा गुरु साहब जी कहंदे, हे कामं। जद सनातन मत के ग्रंथ पढ़ते हाँ तो उहदे विच कहा जाता है कि सृष्टि की उत्पत्ति काम तो हुंदी है। भाव के अगर पशु पंछियां दे विच सिरजना हो रही है तो काम के संबंध ने, मनुखां विच हो रही है तो काम के संबंध ने, और दूजी गल जे कोई बनस्पति की उत्पत्ति हो रही है वो भी काम करके हो रही है। किवें बीज मिट्टी विच जजब हुंदा है ते तां नवीं सिरजना पैदा हुंदी। इस करके पहले नुकता जिहड़ा काम के संबंध विच है कि ये परमेश्वर तो उपजी हुई आदि शक्ति है जिहदे नाल सारे संसार का जिहड़ा विधान चलदा है सिरजना का। सारी शक्ति इस बारे पहला भाग है कि पहला नुकता यह है कि आदि शक्ति है, ये सारे संसार के कण कण दे विच व्यापक है, पर ऊर्जा रूप करके। जिहड़े अज दे शब्द विच है, इहदे विच वासना रूप का जिक्र है, मैं ऊर्जा रूप की गल करदा। ऊर्जा रूप करके संसार के हरेक कण अंदर इहदा बल व्यापक है, तो ये बल कुदरती अकाल पुरख ने अपनी रचना दे विच रचना नूं संतुलित बनाउण दे लई ये पाया होया। इस करके गुरबाणी दे विच वाक है, काम क्रोध का चोलड़ा सब गल आए पाए, कि सब दे गल सब दे जीवन दे नाल समानांतर चलदा है। तो हुण इसे प्रकार सतगुरु साहब जी जद बाणी पढ़ते हाँ तो इसनूं जिहड़ा काम दो शब्दां दे विच ज़्यादा वरत्या जांदा है, एक भोग ते एक कामना। असीं जदों चार पुरुषार्थां दी विचार करते हैं तो उहदे विच भी इहदा बड़ा विस्तार दे विच जिक्र आउंदा है। गुरु साहब असीं आम करके पढ़ते हैं धर्म अर्थ काम मोख, भाव कि जिहड़ा लौकिक सुख है वो काम तो पैदा हुंदा है। इस दुनियावी सुख दे मानण दा एक पੱਧਰ काम सरीरक भोग है, एक काम अर्थ कामना है। हुण जदों सरीरक भोग की गल करते हाँ उरों ये इंद्रियावी सुख है, इंद्रियावी सुख है। जदों काम कामना की गल करते हाँ उदों ये बन जाता है इच्छावां दे पੱਧਰ ते। हुण उदाहरण के तौर पर कल्ला मनुख सरीरक तृप्ति तक भी सीमित नहीं रह सकता, इस करके उहदे मन च इच्छावां भी उपजदियां हन। तां करके गुरु साहब जी अज दे पावन श्लोक विच संबोधित होकर कह रहे हैं, हे कामं। इस करके काम शास्त्र दे विच लिखिया होया है कि काम जदों मनुख नूं ग्रस्तदा है तो इहदे तो दो जाने मिलन दे विच आउंदे हन। भाव कि जिन्ना चिर नेत्र चमड़ी कन जुबान तो इस प्रकार ये पंजे जद ज्ञान इंद्रिय सम्मिलित नहीं हुंदे उन्ना चिर काम की कोई भावना सफुर नहीं हुंदी, और ये द्वैत मुखी है। ये सब तो गुहज नुकता है। जदों मनुख का जीवन आरंभ हुंदा है उहदे अंदर विषय विकारां दी कोई आकर्षण नहीं हुंदा,
ਕਿਸੇ ਤਰ੍ਹਾਂ ਦਾ ਕੋਈ ਆਕਰਸ਼ਣ ਨਹੀਂ ਹੁੰਦਾ। ਇੱਥੋਂ ਤੱਕ ਕਿ ਮਨੁੱਖ ਆਪਣੀ ਦੇਹ ਦੇ ਪ੍ਰਤੀ ਵੀ ਅਚੇਤ ਹੁੰਦਾ। ਜਿਵੇਂ ਜਿਵੇਂ ਉਹਦੇ ਜੀਵਨ ਦਾ ਸਿਲਸਿਲਾ ਚੱਲਦਾ ਜਾਂਦਾ ਹੈ, ਉਹਦੇ ਮਨ ਦੇ ਤਲ 'ਤੇ ਹੌਲੀ ਹੌਲੀ ਜਿਹੜੀ ਮਾਇਆ ਅੰਮ੍ਰਿਤ ਦਾ ਪ੍ਰਭਾਵ ਹੈ ਉਹਦੇ ਜੀਵਨ 'ਚ ਦਖਲ ਦੇਣਾ ਸ਼ੁਰੂ ਕਰਦਾ। ਦਖਲ ਦੇਣ ਦਾ ਭਾਵ ਕਿ ਉਹਨਾਂ ਤੋਂ ਥੋੜ੍ਹਾ ਥੋੜ੍ਹਾ ਪ੍ਰਭਾਵਿਤ ਹੋਣਾ, ਉਹਦੇ ਥੋੜ੍ਹੇ ਥੋੜ੍ਹੇ ਲੱਛਣ ਮਨੁੱਖ ਦੇ ਅੰਦਰ ਪ੍ਰਗਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਨੁੱਖ ਦੀ ਵਿਵਹਾਰ, ਉਹਦੇ ਜੀਵਨ ਦੀ ਸਗਲੀ ਤੋਰ ਦੱਸ ਦਿੰਦੀ ਹੈ ਕਿ ਇਹ ਕਿਸ ਪ੍ਰਭਾਵ ਦੇ ਅਧੀਨ ਚੱਲ ਰਿਹਾ। ਤਾਂ ਇਸੇ ਪ੍ਰਕਾਰ ਗੁਰਬਾਣੀ 'ਚ ਵਾਕ ਪੜ੍ਹੀਏ ਤਾਂ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਪੰਜਵੇਂ ਖਾਣ ਪੀਣ ਕੀ ਧਾਤ, ਛਿਵੈ ਕਾਮ ਨ ਪੁੱਛੈ ਜਾਤ। ਹੁਣ ਨਿਰੰਤਰ ਭੋਜਨ ਕਰਦਾ ਹੈ, ਭੋਜਨ ਦੇ ਨਾਲ ਊਰਜਾ ਪੈਦਾ ਹੋ ਰਹੀ ਹੈ। ਇਹ ਊਰਜਾ ਸਰੀਰ ਦੇ ਵਿਕਾਸ ਲਈ ਵੀ ਜ਼ਰੂਰੀ ਹੈ, ਪਰ ਜਦੋਂ ਇਸ ਊਰਜਾ ਦਾ ਵਹਿਣ ਮਨੁੱਖ ਨੂੰ ਸਮਝ ਦੇ ਵਿੱਚ ਨਾ ਆਵੇ, ਹੁਣ ਇੱਧਰ ਊਰਜਾ ਦਾ ਵਹਿਣ ਵੱਧ ਗਿਆ ਹੈ, ਉੱਧਰ ਮਨੁੱਖ ਦੇ ਅੰਦਰ ਵਿਸ਼ਿਆਂ ਵਿਕਾਰਾਂ ਦਾ ਦਖਲ ਹੋ ਗਿਆ ਹੈ, ਤਾਂ ਹੁਣ ਜਿਹੜਾ ਇਸ ਊਰਜਾ ਨੂੰ ਵਿਸ਼ੇ ਦੇ ਤਲ 'ਤੇ ਭੋਗੇਗਾ ਉਹਦਾ ਜੀਵਨ ਗਿਰਾਵਟ ਵੱਲ ਜਾਏਗਾ। ਇਸ ਕਰਕੇ ਅਥਰਵ ਵੇਦ ਦੇ ਵਿੱਚ ਕਾਮ ਦੇ ਬਾਰੇ ਇੱਕ ਵਿਸ਼ਹਾ ਸ਼ਬਦ ਵੀ ਵਰਤਿਆ ਗਿਆ। ਵਿਸ਼ਹਾ ਦਾ ਭਾਵ ਹੁੰਦਾ ਹੈ ਕਿ ਇਹਦੇ ਤੋਂ ਸਿਰਜਣਾ ਵੀ ਹੋ ਸਕਦੀ ਹੈ, ਇਹਦੇ ਤੋਂ ਵਿਨਾਸ਼ ਵੀ ਹੋ ਸਕਦਾ ਹੈ। ਭਾਵ ਕਿ ਜੇ ਮਰਜ਼ਾਦਾਮਈ ਜਗਤ ਵਿੱਚ ਪੈ ਜਾਵੇ, ਗ੍ਰਸਤ ਦਾ ਨਿਯਮ ਧਾਰਨ ਕਰਨ ਲਵੇ ਅਤੇ ਇਸਤਰੀ ਮਰਦ ਦੀਆਂ ਪਾਸ਼ਵਿਕ ਬਿਰਤੀਆਂ ਸੰਤੁਲਨ ਵਿੱਚ ਆ ਜਾਂਦੀਆਂ ਨੇ ਅਤੇ ਜੀਵਨ ਦੀ ਉਹੀ ਅੱਗ ਦਾ ਜਿਹੜੀ ਊਰਜਾ ਹੈ ਉਹਦਾ ਸਹੀ ਸੰਤੁਲਨ ਬਣ ਜਾਂਦਾ ਹੈ। ਪਰ ਜੇ ਕਿਸੇ ਨਿਯਮ ਨੂੰ ਨਾ ਧਾਰਨ ਕਰੇ, ਕਿਸੇ ਸੰਜਮ ਨੂੰ, ਕਿਸੇ ਜਬਤ ਨੂੰ ਨਾ ਧਾਰਨ ਕਰੇ ਅਤੇ ਜੀਵਨ ਦੀ ਅਥਾਹ ਗਿਰਾਵਟ ਦੇ ਵਿੱਚ ਵੀ ਲੈ ਜਾਂਦਾ ਹੈ। ਸਾਡੇ ਭਾਰਤੀ ਰਿਸ਼ੀ ਮੁਨੀਆਂ ਨੇ ਇਹਦੇ ਸੰਬੰਧ 'ਚ ਬੜਾ ਕਮਾਲ ਦਾਖਿਆ। ਕਹਿੰਦੇ ਕਿ ਜਦੋਂ ਜੋਬਨ ਅਵਸਥਾ ਦੇ ਵਿੱਚ ਆ ਕੇ ਇਹਦੇ ਪਹਿਲਾਂ ਭਾਵ ਅੰਕੁਰਿਤ ਹੁੰਦੇ ਨੇ ਮਨੁੱਖ ਦੇ ਅੰਦਰ, ਮਨੁੱਖ ਆਪਣੇ ਆਪ ਨੂੰ ਇਨਕੰਪਲੀਟ ਸਮਝਦਾ ਹੈ। ਉਹ ਸਮਝਦਾ ਹੈ ਕਿ ਜਦੋਂ ਉਹਨੂੰ ਆਪਣੀ ਇੰਦਰਿਆਵੀ ਬੋਧ ਹੁੰਦਾ ਸਾਰੇ ਸਰੀਰ ਦਾ, ਇੰਦਰਿਆਵੀ ਬੋਧ ਹੁੰਦਿਆਂ ਉਹ ਜਦੋਂ ਡੈਪਥ ਵਿੱਚ ਜਾਂਦਾ ਹੈ, ਜੇ ਤਾਂ ਆਤਮਿਕ ਤੌਰ 'ਤੇ ਜਾਗੇ, ਫਿਰ ਤਾਂ ਉਹਦੇ ਅੰਦਰ ਖਿਆਲ ਪੈਦਾ ਹੁੰਦਾ ਅਹੰ ਬ੍ਰਹਮ ਅਸਮੀ, ਭਾਵ ਕਿ ਮੈਂ ਸਮੁੱਚਾ ਪਰਮੇਸ਼ਰ ਹਾਂ, ਮੈਂ ਹੀ ਉਹਦੀ ਪਰਮ ਹੋਂਦ ਹਾਂ। ਪਰ ਕਿਉਂਕਿ ਮਨੁੱਖ ਸਰੀਰ ਦੇ ਤਲ 'ਤੇ ਜਿਉਂ ਰਿਹਾ, ਬੜੀ ਵਾਰੀ ਆਪ ਜੀ ਦੇ ਨਾਲ ਐਸੀ ਵਿਚਾਰ ਸਾਂਝੀ ਕੀਤੀ ਹੈ ਕਿ ਸਤਸੰਗੀ ਹਮੇਸ਼ਾ ਆਤਮਿਕ ਤਲ 'ਤੇ ਜਿਉਂਦਾ ਹੈ। ਸਰੀਰਕ ਤਲ ਦੇ ਵਿੱਚ ਉਹਦਾ ਜੀਵਨ ਚੱਲ ਰਿਹਾ ਹੈ, ਪਰ ਸਰੀਰਕ ਤਲ 'ਤੇ ਉਹ ਬਹੁਤਾ ਮਾਇਨੇ ਨਹੀਂ ਰੱਖਦਾ। ਤਾਂ ਇਸੇ ਪ੍ਰਕਾਰ ਜਦੋਂ ਮਨੁੱਖ ਦੇ ਅੰਦਰ ਇਨਕੰਪਲੀਟ ਦੀ ਭਾਵਨਾ ਪੈਦਾ ਹੁੰਦੀ ਹੈ ਤਾਂ ਉਦੋਂ ਉਹਦੇ ਜੀਵਨ 'ਚ ਆਕਰਸ਼ਣ ਪੈਦਾ ਹੁੰਦਾ ਹੈ ਇੰਦਰਿਆਵੀ ਤੌਰ 'ਤੇ। ਤਾਂ ਫਿਰ ਉਹ ਆਪਣੇ ਆਕਰਸ਼ਣ ਨੂੰ ਪੂਰਾ ਕਰਨ ਦੇ ਲਈ ਆਲੇ ਦੁਆਲੇ 'ਚ ਭਾਲਦਾ ਹੈ ਅਤੇ ਆਲੇ ਦੁਆਲੇ ਦੇ ਵਿੱਚ ਫਿਰ ਇਸੇ ਪ੍ਰਕਾਰ ਜਦੋਂ ਉਹਦੇ ਸੰਬੰਧਾਂ ਦੁਆਰਾ ਉਹ ਆਕਾਰ ਦੇਖਦਾ ਹੈ ਤਾਂ ਸਭ ਤੋਂ ਪਹਿਲਾਂ ਇਸੇ ਕਰਕੇ ਕਾਮ ਸ਼ਾਸਤਰ ਦੇ ਵਿੱਚ ਇਹ ਗੱਲ ਲਿਖੀ ਹੋਈ ਕਿ ਜਿਹੜਾ ਨੇਤਰ ਚਕਸ਼ੂ ਹੈ, ਸਭ ਤੋਂ ਪਹਿਲਾਂ ਤੁਹਾਨੂੰ ਕਾਮ ਦੀ ਧਾਰਾ ਦੇ ਵਿੱਚ ਨੇਤਰ ਪ੍ਰਵਾਹਿਤ ਕਰਦੇ ਹਨ ਕਿ ਨੇਤਰਾਂ ਦੁਆਰਾ ਇੱਕ ਭਾਵਨਾ ਪੈਦਾ ਹੁੰਦੀ ਹੈ ਭੋਗ ਦੀ। ਪਹਿਲੇ ਪੱਧਰ 'ਤੇ ਇਹ ਮਲੀਨ ਨਹੀਂ ਹੁੰਦੀ, ਪਰ ਜਦੋਂ ਇਹ ਜਿਵੇਂ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਛਿਵੈ ਕਾਮ ਨ ਪੁੱਛੈ ਜਾਤ, ਜਿਵੇਂ ਜਿਵੇਂ ਇਹਦੀ ਵਾਸਨਾ ਜੀਵਨ ਦੇ ਵਿੱਚ ਦਖਲ ਦੇਈ ਜਾਂਦੀ ਹੈ, ਮਨੁੱਖ ਦੀ ਚਮੜੀ, ਮਨੁੱਖ ਦਾ ਸੁਣਨਾ, ਮਨੁੱਖ ਦਾ ਦੇਖਣਾ, ਮਨੁੱਖ ਦਾ ਜਿਹੜਾ ਮਹਿਸੂਸ ਕਰਨਾ, ਉਹਦਾ ਚੱਖਣਾ, ਸਾਰਾ ਕੁਝ ਇਹਦੇ ਤੋਂ ਪ੍ਰਭਾਵਿਤ ਹੋ ਜਾਂਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਤਾਂ ਕਰਕੇ ਗੁਰਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਦਾ ਪਾਵਨ ਵਾਕ ਹੈ, ਭਗਤ ਕਬੀਰ ਸਾਹਿਬ ਰਵਿਦਾਸ ਜੀ ਆਖਦੇ ਹਨ, ਹਮ ਕਹੀਅਤ ਕਲ ਯੁਗ ਕੇ ਕਾਮੀ। ਹਰੇਕ ਯੁੱਗ ਦਾ ਪ੍ਰਧਾਨ ਅਵਗੁਣ ਮੰਨਿਆ ਗਿਆ, ਕਲ ਯੁੱਗ ਦਾ ਪ੍ਰਧਾਨ ਅਵਗੁਣ ਕਾਮ ਹੈ। ਕਈ ਵਾਰੀ ਇਸ ਨੁਕਤੇ ਨੂੰ ਰੱਖ ਕੇ ਕਿਤੇ ਬਾਜ਼ਾਰ ਦੇ ਵਿੱਚ ਜਾਣਾ ਤਾਂ ਦੇਖਣਾ, ਕਿਤੇ ਅਸੀਂ ਕਈ ਵਾਰੀ ਨਾ, ਮੈਂ ਆਪਣੇ ਜਿਹੜਾ ਰੈਲੇਵੈਂਸ ਕੰਟੈਕਸਟ ਹੈ ਉਹਦੀ ਗੱਲ ਬਹੁਤੀ ਵਾਰੀ ਨਹੀਂ ਕਰਦਾ ਹੁੰਦਾ, ਕਿਉਂਕਿ ਉਹ ਬਹੁਤੀ ਵਾਰੀ ਪਚਨਸ਼ੀਲ ਨਹੀਂ ਹੁੰਦਾ। ਕੱਲੀ ਗੁਰਬਾਣੀ ਦੀ ਵਿਆਖਿਆ ਗੁਰੂ ਘਰ ਤੱਕ ਮਹਿਦੂਦ ਨਹੀਂ ਹੁੰਦੀ, ਸਗਲ ਪਾਸੇ ਉਹਦੀ ਵਿਆਖਿਆ ਹੋ ਰਹੀ ਹੈ। ਬਾਜ਼ਾਰ ਦੇ ਵਿੱਚ ਜਾਈਏ, ਕਿਤੇ ਵੀ ਜਾਈਏ, ਜਦ ਆਮ ਕਰਕੇ ਸਾਰੇ ਪਾਸੇ ਅੱਜ ਦੇ ਸਮੇਂ ਵਿੱਚ ਕਾਮੁਕਤਾ ਦੀ ਭਰਮਾਰ ਹੈ। ਇਹਦਾ ਮਤਲਬ ਹੈ ਕਿ ਮਨੁੱਖ ਦੇ ਚਿੱਤ ਵਿੱਚ ਇਹਦਾ ਕੋਈ ਦਖਲ ਹੁੰਦਾ ਹੈ, ਤਾਂ ਕਰਕੇ ਇਹਦੀ ਭਰਪੂਰ ਉਪਲਬਧੀ ਕਰਵਾਈ ਜਾ ਰਹੀ ਹੈ, ਔਰ ਭੋਗ ਰੂਪ ਕਰਕੇ ਕਰਵਾਈ ਜਾ ਰਹੀ ਹੈ, ਸਤ ਰੂਪ ਕਰਕੇ ਨਹੀਂ। ਇਹ ਵੀ ਮੈਂ ਨਾਲ ਹੀ ਕਹਿ ਦਿਆਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੇ ਕਾਮ, ਭਾਵ ਕਿ ਹੁਣ ਇਹਨੂੰ ਬਹੁਤ ਸਰਲ ਕਹਿਣਾ ਹੋਵੇ ਇਸ ਵਿਚਾਰ ਨੂੰ ਤਾਂ ਇਹੋ ਕਹਿ ਲਵੋ ਕਿ ਜਿਵੇਂ ਅੱਗ ਦੇ ਵਿੱਚ ਗਰਮੀ ਹੈ, ਅੱਗ ਦੇ ਵਿੱਚ ਤੇਜ਼ ਹੈ, ਪਰ ਜੇ ਚੁੱਲ੍ਹੇ ਦੇ ਜਬਤ ਵਿੱਚ ਬਲੇਗੀ, ਚੁੱਲ੍ਹੇ ਦੀ ਸੀਮਾ ਵਿੱਚ ਬਲੇਗੀ, ਤਾਂ ਇਹਦੇ ਤੋਂ ਕੋਈ ਨਾ ਕੋਈ ਅਗਲਾ ਪ੍ਰੋਸੈਸ ਜਿਹੜਾ ਹੈ ਉਹਦਾ ਨਿਰਮਾਣ ਹੋ ਸਕਦਾ ਹੈ। ਅਤੇ ਇਸੇ ਪ੍ਰਕਾਰ ਜੇ ਇਹ ਕਾਮ ਦੀ ਊਰਜਾ
ਗ੍ਰਸਥ ਦੇ ਨੇਮ ਵਿੱਚ ਪੈ ਕੇ ਵਗੇਗੀ ਤਾਂ ਇਹਦਾ ਵੱਡਾ ਪ੍ਰਯੋਗ ਹੋ ਜਾਏਗਾ। ਜੇ ਨਹੀਂ ਵਗੇਗੀ ਤਾਂ ਇਹ ਫਿਰ ਆਪਣਾ ਵਾਸਨਾਮਈ ਰੂਪ ਗ੍ਰਹਿਣ ਕਰ ਲਏਗੀ ਅਤੇ ਜੀਵਨ ਨੂੰ ਨਰਕ ਬਣਾ ਦੇਗੀ। ਹੁਣ ਇਸ ਤੋਂ ਪਹਿਲਾਂ ਇੱਕ ਨੁਕਤਾ ਆਪਦੇ ਸਨਮੁਖ ਅਰਜ਼ ਕਰਦੇ ਹਾਂ। ਆਮ ਕਰਕੇ ਸਤਸੰਗੀ ਕਹਿੰਦੇ ਨੇ ਇਕਾਗਰਤਾ ਨਹੀਂ ਬਣਦੀ। ਹੁਣ ਇਕਾਗਰਤਾ ਉਸੇ ਬੰਦੇ ਦੀ ਨਹੀਂ ਬਣਦੀ ਜਿਹਦਾ ਜਤ ਸੱਤ ਦਾ ਆਚਰਣ ਥੋੜ੍ਹਾ ਢਿੱਲਾ ਹੈ। ਹੁਣ ਤਾਂ ਚਲੋ ਦੁਨੀਆ ਹੀ ਇਸ ਤਰ੍ਹਾਂ ਦੀ ਹੋ ਗਈ, ਬਹੁਤਾ ਕੁਝ ਕਿਹਾ ਨਹੀਂ ਜਾ ਸਕਦਾ। ਪਹਿਲਾਂ ਆਮ ਅੱਜ ਕਿਤੇ ਕਿਸੇ ਨੂੰ ਪੁੱਛ ਲਓ ਜਤ ਸੱਤ ਕੀ ਹੁੰਦਾ, ਤੁਹਾਨੂੰ ਇੱਕ ਲਾਈਨ ਨਹੀਂ ਦੱਸ ਸਕੇਗਾ ਵੀ ਜਤ ਸੱਤ ਕੀ ਹੁੰਦਾ। ਕਿਉਂਕਿ ਅੱਜ ਮਨੁੱਖ ਪਦਾਰਥਕ ਤੌਰ 'ਤੇ ਜਿਉ ਰਿਹਾ ਹੈ। ਜੀਵਨ ਦੀ ਮਰਜ਼ਾਦਾ ਪ੍ਰਤੀ ਉਹਨੂੰ ਕੋਈ ਲੈਣ ਦੇਣ ਨਹੀਂ ਹੈ। ਸਿਰਫ ਪਦਾਰਥਕ ਤ੍ਰਿਪਤੀ, ਪਦਾਰਥਕਤਾ ਕੀ ਉਹਦਾ ਵਾਸਤਾ ਹੈ। ਜਤ ਸੱਤ ਦਾ ਭਾਵ ਇਹ ਹੈ, ਸਰਲ ਜਿਹਾ ਕਹਿਣਾ ਹੋਵੇ, ਕਿ ਜਿਵੇਂ ਸਾਡਾ ਜੀਵਨ ਸ਼ੁੱਧਤਾ ਦੇ ਵਿੱਚੋਂ ਪੈਦਾ ਹੁੰਦਾ ਹੈ, ਨੇਤਰਾਂ ਵਿੱਚ ਕੋਈ ਮਲੀਨਤਾ ਨਹੀਂ ਹੈ, ਹਿਰਦੇ ਵਿੱਚ ਕੋਈ ਵਿਸ਼ੇ ਵਿਕਾਰ ਨਹੀਂ ਹੈ। ਜਤ ਦਾ ਭਾਵ ਹੈ ਕਿ ਜਿਹੜੇ ਤੇਰੇ ਇੰਦਰੇ ਹਨ ਉਹਨਾਂ ਨੂੰ ਸੰਜਮ ਦੇ ਵਿੱਚ ਰੱਖਣਾ, ਕਿ ਨੇਤਰ ਮਲੀਨਤਾ ਸਹਿਤ ਨਾ ਦੇਖਣ, ਚਮੜੀ ਗਲਤ ਸਪਰਸ਼ ਨਾ ਕਰੇ, ਜ਼ੁਬਾਨ ਦੇ ਵਿੱਚ ਵਿਖਚਿਆਂ ਵਿਕਾਰਾਂ ਦਾ ਦਖਲ ਨਾ ਹੋਵੇ, ਤਾਂ ਇਹਨੂੰ ਕਹਿੰਦੇ ਜਤ। ਫਿਰ ਇਹ ਪਹਿਲਾਂ ਸੰਜਮ ਹੁੰਦਾ ਹੈ, ਪਰ ਉਹ ਜਦੋਂ ਇਹ ਸੰਜਮ ਇੰਨਾ ਜ਼ਿਆਦਾ ਢਲ ਜਾਏ ਕਿ ਜੀਵਨ ਦਾ ਕੋਈ ਗਿਆਨ ਇੰਦਰਾ, ਕਰਮ ਇੰਦਰਾ ਗਲਤ ਕਰਮ ਕਰੇ ਹੀ ਨਾ, ਉਹਨੂੰ ਸੱਤ ਕਹਿੰਦੇ ਨੇ। ਤੈਨੂੰ ਕਹਿੰਦੇ ਜਤ ਸੱਤ ਦੇ ਆਚਰਣ ਦੇ ਵਿੱਚ ਢਲਿਆ ਹੋਇਆ। ਤਾਂ ਇਹਦੇ ਨਾਲ ਕੀ ਹੁੰਦਾ ਸੀ, ਇਹਦਾ ਸਭ ਤੋਂ ਵੱਡਾ ਪ੍ਰਯੋਗ ਕੀ ਸੀ? ਇਹਦੇ ਨਾਲ ਮਨੁੱਖ ਦਾ ਜੀਵਨ ਤੇਜਵਾਨ ਬਣਦਾ ਸੀ। ਭਾਵ ਕਿ ਜਿਵੇਂ ਇਹਨੂੰ ਅਧਿਆਤਮਿਕ ਨੁਕਤੇ ਤੋਂ ਕਹਿਣਾ ਹੋਵੇ ਤੇ ਕਹਿੰਦੇ ਜਿਹੜੇ ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਸਾਧਨਾ ਦੇ ਵਿੱਚ ਸਮਾਧੀ ਦਾ ਅਨੁਭਵ ਮੰਨਣਾ ਹੈ ਤਾਂ ਉਹਨੂੰ ਜਿਹੜੀ ਕਾਮ ਰੂਪ ਦੇ ਵਿੱਚ ਊਰਜਾ ਹੈ ਬੜੀ ਦੇਰ ਤੱਕ ਸੰਭਾਲ ਕਰਨੀ ਪੈਂਦੀ ਹੈ, ਜਿੰਨਾ ਚਿਰ ਤੱਕ ਉਹ ਗ੍ਰਸਥ ਦੇ ਨੇਮ ਵਿੱਚ ਪ੍ਰਵਿਰਤ ਨਹੀਂ ਹੋ ਜਾਂਦਾ। ਇਸ ਕਰਕੇ ਜਿੱਥੇ ਇਹਦਾ ਇੱਕ ਪ੍ਰਯੋਗ ਹੈ ਕਿ ਜੇ ਸੰਸਾਰਿਕ ਤੌਰ 'ਤੇ ਪ੍ਰਵਾਹਿਤ ਹੋ ਜਾਵੇ ਅਤੇ ਪਰਿਵਾਰ ਦਾ ਨਿਰਮਾਣ ਕਰ ਦਿੰਦਾ ਹੈ, ਜੇ ਇਹੀ ਊਰਜਾ ਉੱਪਰ ਉੱਠ ਜਾਏ, ਭਾਵ ਕਿ ਇਹਦਾ ਹੇਠਾਂ ਵਾਲਾ ਵਹਿਣ ਨਾ ਬਣੇ, ਤਾਂ ਇਹ ਸਮਾਧੀ ਨੂੰ ਅਨੁਭਵ ਦਿੰਦੀ ਹੈ। ਅਤੇ ਇਸੇ ਹੀ ਊਰਜਾ ਦੇ ਨਾਲ ਜਿਹੜੇ ਰਸਕ ਜਨ ਹਨ, ਸਾਧਕ ਜਨ ਹਨ, ਉਹ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਨੇ, ਆਪਣੇ ਜੀਵਨ ਦੇ ਵਿੱਚ ਆਤਮ ਵਿਜয়ੀ ਬਣਦੇ ਹਨ। ਪਰ ਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਹੇ ਕਾਮ ਤੂੰ ਇੰਨਾ ਬਲਸ਼ਾਲੀ ਹੈ, ਇਸ ਤਰ੍ਹਾਂ ਦਾ ਹੈ ਕਿ ਤੂੰ ਜੀਵ ਨੂੰ ਪ੍ਰਵਿਰਤ ਕਰ ਦਿੰਦਾ ਹੈ। ਹੁਣ ਗ੍ਰਸਥੀ ਤੌਰ 'ਤੇ ਸਾਡਾ ਸਾਰਿਆਂ ਦਾ ਨੇਮ ਚੱਲਦਾ ਹੈ, ਪਰਿਵਾਰਕ ਤੌਰ 'ਤੇ ਇਹ ਸ਼ਕਤੀ ਪ੍ਰਯੋਗ ਵਿੱਚ ਲਿਆਈ ਜਾਂਦੀ ਹੈ। ਤਾਂ ਪਰ ਗੁਰੂ ਸਾਹਿਬ ਜੀ ਕਹਿੰਦੇ ਨਰਕ ਬਿਸਰਾਮ। ਹੁਣ ਮਨੁੱਖ ਪੁੱਛੇਗਾ ਕਿ ਇਹੀ ਸ਼ਕਤੀ ਨਰਕ ਵੱਲ ਕਿਵੇਂ ਲੈ ਜਾਂਦੀ ਹੈ। ਹੁਣ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਬਹੁਤ ਜਗ੍ਹਾ ਐਸੀ ਬਖਸ਼ਿਸ਼ ਕਰਦੇ ਹਨ ਜਿਹਦੇ ਤੋਂ ਸਾਨੂੰ ਜੀਵਨ ਦੀ ਮਰਿਆਦਾ ਸਮਝ ਵਿੱਚ ਆਉਂਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਿਸ ਭਾਗੋ, ਕਿ ਇਹਦੇ ਪ੍ਰਯੋਗ ਤੇਰੇ ਆਪਣੇ ਵੱਸ ਨੇ। ਤਾਂ ਹੁਣ ਗੁਰੂ ਸਾਹਿਬ ਜੀ ਕਹਿੰਦੇ ਹੇ ਕਾਮ ਤੂੰ ਇੰਨਾ ਬਲਸ਼ਾਲੀ ਹੈ, ਨਰਕ ਬਿਸਰਾਮ, ਤੂੰ ਬੰਦੇ ਨੂੰ ਨਰਕ ਵਿੱਚ ਪਾ ਦਿੰਦਾ। ਕਿਸ ਕਰਕੇ? ਸਭ ਤੋਂ ਪਹਿਲਾਂ ਜਦੋਂ ਮਨੁੱਖ ਦੇ ਸਿਰ ਦੇ ਉੱਪਰ ਕਾਮ ਦੀ ਵਾਸਨਾ ਸਵਾਰ ਹੁੰਦੀ ਹੈ, ਕਾਮ ਦੀ ਊਰਜਾ ਦਾ ਗਿਆਨ ਨਹੀਂ ਰਹਿੰਦਾ, ਤਾਂ ਉਹਦੀ ਸਭ ਤੋਂ ਭਿਆਨਕ ਹਾਲਤ ਕੀ ਹੁੰਦੀ? ਮੈਨੂੰ ਕਿਸੇ ਸਮੇਂ ਕਿਸੇ ਨੇ ਪੁੱਛਿਆ ਸੀ ਕਿ ਇੱਕ ਵਾਕ ਦੇ ਵਿੱਚ ਦੱਸੋ ਕਿ ਕਾਮ ਦੀ ਵਾਸਨਾ ਕਿੰਨੀ ਵਿਕਰਾਲ ਹੁੰਦੀ ਹੈ ਅਤੇ ਉਹ ਕਿਵੇਂ ਵਿਵਹਾਰ ਕਰਦੀ ਹੈ। ਮੈਂ ਕਿਹਾ ਤੈਨੂੰ ਕੁਦਰਤੀ ਬਗੀਚੇ ਵਿੱਚ ਖੜੇ ਸੀ, ਮੈਂ ਕਿਹਾ ਤੇਰੇ ਕੋਲ ਦੋ ਦ੍ਰਿਸ਼ਟੀਕੋਣ ਨੇ। ਆਹ ਫੁੱਲ ਹੈ, ਇਹਦੀ ਸੁੰਦਰਤਾ ਨੂੰ ਵੈਸੇ ਦੇਖ ਕੇ ਮਾਣ ਲੈ, ਇਹਦੀ ਸੁਗੰਧੀ ਨੂੰ ਦੂਰ ਰਹਿ ਕੇ ਸੁੰਘ ਲੈ। ਇਹ ਪਹਿਲਾ ਦ੍ਰਿਸ਼ਟੀਕੋਣ ਹੈ। ਦੂਜਾ, ਤੂੰ ਇਹਦੀ ਪੱਤੀ ਨੂੰ ਮਸਲ ਦੇ ਅਤੇ ਫਿਰ ਉਹਦੇ ਵਿੱਚੋਂ ਕੋਈ ਸੁਗੰਧੀ ਜਾਂ ਕਿਸੇ ਚੀਜ਼ ਨੂੰ ਲੱਭਣਾ ਚਾਹੇ। ਇਸੇ ਪ੍ਰਕਾਰ ਪਿਛਲੇ ਸਮੇਂ ਦੇ ਵਿੱਚ ਆਪ ਜੀ ਨੇ ਬੜੇ ਐਸੇ ਘਟਨਾਵਾਂ ਦੇਖੀਆਂ ਹੋਣਗੀਆਂ ਕਿ ਜਿਹੜੀ ਕਾਮ ਦੀ ਵਾਸਨਾ ਮਨੁੱਖ ਨੂੰ ਹੈਵਾਨ ਬਣਾ ਦਿੰਦੀ ਹੈ। ਔਰ ਦੂਜੀ ਗੱਲ, ਬਹੁਤੀ ਵਾਰੀ ਹੈਵਾਨੀਅਤ ਪ੍ਰਗਟ ਨਹੀਂ ਹੁੰਦੀ, ਮਨੁੱਖ ਦੇ ਜਬਤ ਵਿੱਚ ਵੀ ਰਹਿੰਦੀ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਨਰਕ ਬਿਸਰਾਮੰ। ਹੁਣ ਬਿਸ਼ਰਾਮ ਸ਼ਬਦ ਵਰਤਿਆ, ਇਹਦਾ ਮਤਲਬ ਇਹਦਾ ਰਹਿੰਦਾ ਹੈ। ਅੱਜ ਦੁਨੀਆ ਦੇ ਵਿੱਚ ਸਰੀਰਕ ਤੌਰ 'ਤੇ ਪੀੜਤ ਰੋਗਾਂ ਦੀ ਗਿਣਤੀ ਕਹਿ ਰਹੇ ਹਨ, ਫਿਰ ਵੀ ਕਹਿ ਦਿੰਦੇ ਨੇ ਕਿ 20% ਆਬਾਦੀ ਤੰਦਰੁਸਤ ਹੈ। ਜੇ ਵਿਕਾਰਾਂ ਦੀ ਤਲ 'ਤੇ ਗੱਲ ਕੀਤੀ ਜਾਵੇ 99.9% ਆਬਾਦੀ ਵਿਕਾਰਾਂ ਤੋਂ ਪੀੜਤ ਮਿਲੇਗੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੇ ਕਾਮੰ ਨਰਕ ਬਿਸਰਾਮ। ਸਭ ਤੋਂ ਪਹਿਲਾਂ ਕੀ ਹੁੰਦਾ? ਜਦੋਂ ਮਨੁੱਖ ਦੇ ਅੰਦਰ ਇਨਕੰਪਲੀਟ ਦੀ ਹੁੰਦੀ ਭੋਗ ਦੀ ਇੱਛਾ ਪੈਦਾ ਹੁੰਦੀ ਹੈ ਇੰਦਰਿਆਵੀ ਤੌਰ 'ਤੇ, ਉਸ ਇੱਛਾ ਦੇ ਲਈ ਉਹ ਇਸਤਰੀ ਦੀ ਤਰਫ ਆਕਰਸ਼ਿਤ ਹੁੰਦਾ ਹੈ।
क्योंकि इनकंप्लीट है सरीरक की संरचना करके। तो फिर जदों वो ये सारी भावना होंदी है, सम्मिलित होंदा है, तो इस करके काम दियाँ 10 दिशावां बनाईयां गईयां ने। उहदे विच दी पहली दिशा ये बनाई है कि इहदे अंदर इच्छा उत्पन्न होंदी है। फिर इच्छा का सारा बल उहदे ते आ जांदा है। सारा बल किवें आउंदा है? वो सारा बल इस तरह आउंदा है कि नेत्र भी इस गल वाल आ जांदे ने, चमड़ी भी आ जाती है, जुबान भी आ जाती है, कन्न भी आ जाते हैं। ये सारे जदों संयुक्त हो के वासना के वहण च वगण लग पैंदे ने, उरों काम वासना बनता है। उंजे आदि शक्ति तो गुरु साहब जी कहते नरक बिसरंग फिर नित प्रवाहित होंदे ने। तो सब तो पहला काम की जिहड़ी प्रक्रिया है वासना वाली, उन्होंने मनुख अपने नेत्रां द्वारा अंजाम दिंदा है। इस करके जदों भगत ऋषियां मुनियां ने साडे जोगियां ने साधना बनाई है, तो उन्होंने कहा कि सब तो पहला ये ना चर्चा करो कि काम किवें वस विच आएगा, वो कहंदे ये चर्चा करो कि तुहाडे ज्ञान इंद्रे तुहाडे वस विच हन कि नहीं। हुण दूजी गल इस दा अगला नुकता, साडे ज्ञान इंद्र कर्म इंद्र दीयां सारियां खिड़कियां बाहर वाल खुलदियां ने। अखां बाहर नूं देखदियां ने, कंन बाहरों सुणदे ने, जुबान बाहरों ग्रहण करदी है। हुण जदों ये बाहर ग्रहण करदियां ने तो बाहर माया का पसार पसरिया होया है। हुण उदाहरण के तौर पर अपने अंदर मनुख झाती मारेगा, किहड़ा इस्त्री का रूप देख सकेगा, अपने अंदर किहदे नाल निंदिया कर सकेगा, सारा कुछ बहरूनी करना पैंदा है। तो इसे प्रकार गुरु साहब जी कहते हे काम पहला नेत्र प्रवृत्त होंदे ने। आनंद साहब की बाणी कल भी परसों गल हुई सी कि आनंद उदों बनेगा जदों इन्हां सारी बाणी के विधान नूं समझा जाए। गुरु साहब जी कह रहे हैं ये नेत्रो मेरेओ हर तुम्हें जो तरी हर बिनवर ना देखो कोई, कि तेरे अंदर जिहड़ी जोत है जिहदे नाल तू संसार नूं देख सकदा है, इहदे पैण दा कारण इक्को ही है कि तू सारे दे विच परमेश्वरी नूर देखे, ना कि अपनी वासना की गिरावट दे उतर के उहदे विचों मलीनता नूं दखल करे। उदाहरण के तौर पर इनू इवें कहा जा सकदा, चिट्टा कपड़ा पाया जाता है काहदे करके कि उहदी जिहड़ी स्वच्छता है वो चंगी लगती है, पर वह प्रयोग इस करके कि दी मलीनता नूं साफ करने के लिए नहीं किया जाता। गंदगी नूं साफ करना होवे गंदा कपड़ा ही लिया जाता है बहुती वारी, जां जिहड़ा व्यर्थ हो चुका हुंदा वो ही लिया जाता है। मन की मलीनता साफ करनी है तो पहला नेत्र। इस करके उपनिषदां दे विच जिक्र आउंदा है कि जिहड़ियां इंद्रियां हन ये विषयां नालों ज़्यादा ताकतवर हन। जिहड़े विषय हन इन्हां नालों जिहड़ा मन ज़्यादा ताकतवर है, तो जिहड़ा मन इहदे नालों ज़्यादा बुद्धि ताकतवर है, तो बुद्धि नालों जिहड़ी आत्मक तल दी कोई ग्रस्तना संसार विच फस जाती है वो ज़्यादा हो जाती है। तो इसे करके गुरु साहब जी कहते हे कामं, सब तो पहला नेत्र द्वारा आकर्षण पैदा होंदा है। नेत्र द्वारा आकर्षण पै गया, रूप की मंग करेगा, रूप की मंग कर रहा तो वो नाल तृप्त भी नहीं हो रहा। जदों भाई गुरदास साहब जी आखदे ना अखी देख न रज्जियाँ बहु रंग तमाशे, तो वह भाव है अंदर वासना जागृत है, नहीं तो बंदा रज जाता है, किते ना किते तो तृप्ति आ ही जाती है। पर जो वासना दे विच लिप्त हो जाता है तो उदों गुरु साहब जी कहते नहीं तृप्त होंदा। तो इस प्रकार पहले पद्धर ते नेत्र प्रवाहित होंदे हन मनुख की इस वासना दे विच। इस करके दुनिया के बड़े जिवें भरथरी हरी ने अपना अनुभव लिखिया, कहंदा एक दिन विचार करन बैठा, सोचा कि मेरे किस हिस्से ने सब तो वध पाप कीते ने। कहंदा बड़ा गहरा सोचा, बड़ा गहरा गया। पहला सोचा कि मेरे पैर कितनी दूर तक गलत कदमां वाल चल गए ने। कहंदा विचार कीती, थोड़े जिहे कदम बने। हत्थां ने किन्ना क माड़ा कीता, कहंदा थोड़ा जिहा ही बनिया। जुबान ने किन्ने क माड़े बचन बोले, कहंदा थोड़ा जिहा ही बनिया। कन्नां ने किन्ना गलत सुनिया, बहुता ज़्यादा नहीं। कहंदा जदों मैं निष्कर्ष ते पहुँचया तो सब तो फिर मैनूं ये आया कि इन्हां ने कुछ भी नहीं किया, पर इन्हां ने बहुत कुछ किया, भाव के नेत्रां ने। हुण ये मनुख ये गल कह किन्नी गंभीर गल है कि इन्हां ने कुछ भी नहीं किया पर इन्हां ने बहुत कुछ किया। कितनी वासना जिहड़ी मनुख है अपनी अखां द्वारा ही भोग लैंदा। इस करके गुरु साहब जी कहंदे हे कामं नरक बिसराम। ते आनंद साहब की बाणी साडे नेत्रां दा जबत सिखाउंदी है सानूं
ਜਿਵੇਂ ਕਹਿੰਦੇ ਨਾ ਕਿ ਆਪਣੇ ਜੀਵਨ ਦੀ ਇਸ ਊਰਜਾ ਦੀ ਸੰਭਾਲ ਕਰੋ ਤਾਂ ਕਿ ਤੁਹਾਡਾ ਦੰਪਤੀ ਜੀਵਨ ਸੁਖਦਾਇਕ ਹੋ ਜਾਵੇ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਇਸ ਸ਼ਕਤੀ ਦੇ ਨਿਰਮਾਣ ਨੂੰ ਜੇ ਸੱਤ ਪ੍ਰਯੋਜਨ ਵਾਲੇ ਪਾਸੇ ਲਗਾਇਆ ਜਾਵੇ ਤਾਂ ਜੀਵਨ ਦਾ ਮਹਾਵਰਦਾਨ ਬਣ ਜਾਂਦੀ ਹੈ। ਅੱਜ ਦੇ ਸਮੇਂ ਵਿੱਚ ਸ਼ਾਇਦ ਆਪ ਜੀ ਨੂੰ ਜਾਣਦੇ ਹੋਵੋ, ਬੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਡਾਕਟਰ ਕੋਲ ਲੈ ਕੇ ਜਾਂਦੇ ਨੇ ਤਾਂ ਪੜ੍ਹਾਈ 'ਚ ਮਨ ਨਹੀਂ ਲੱਗਦਾ। ਮੈਨੂੰ ਕਿਸੇ ਦਫਾ ਕਿਸੇ ਡਾਕਟਰ ਨੇ ਮੇਰੇ ਨਾਲ ਗੱਲ ਕੀਤੀ, ਜੀ ਗਿਆਨੀ ਜੀ ਤੁਸੀਂ ਕੀ ਜਾਣਦੇ ਹੋ? ਮੈਂ ਕਿਹਾ ਇਹਨਾਂ ਦੀ ਸ਼ਕਤੀ ਦਾ ਪ੍ਰਵੈਣ ਹੇਠਾਂ ਨੂੰ ਹੋ ਗਿਆ। ਜਿੰਨਾ ਜ਼ਿਆਦਾ ਸ਼ਕਤੀ ਦਾ ਪ੍ਰਵੈਣ ਹੇਠਾਂ ਨੂੰ ਹੋਏਗਾ, ਇਕਾਗਰਤਾ ਦੀ ਘਾਟ ਬਣੇਗੀ। ਜਿੰਨੀ ਜ਼ਿਆਦਾ ਇਕਾਗਰਤਾ ਦੀ ਘਾਟ ਹੋਏਗੀ, ਪੜ੍ਹਾਈ ਤਾਂ ਕਿ ਦੁਨੀਆ ਦਾ ਕੋਈ ਕੰਮ ਵੀ ਨਹੀਂ ਕਰ ਸਕੇਗਾ। ਭਾਵ ਉਦਾਹਰਨ ਦੇ ਤੌਰ 'ਤੇ ਇਹਨੂੰ ਬਿਸਤਰੇ ਜੋੜਨ ਨੂੰ ਕਹਿ ਦਿਓ ਸਵੇਰੇ ਉੱਠ ਕੇ, ਉਹ ਹੀ ਨਹੀਂ ਜੋੜ ਸਕੇਗਾ, ਕਿਉਂਕਿ ਇਹਦੇ ਅੰਦਰ ਜਿਹੜੀ ਸ਼ਕਤੀ ਹੈ ਉਹਦਾ ਪ੍ਰਵੈਣ ਨਾਮੁਖੀ ਵਾਲੇ ਪਾਸੇ ਚੱਲ ਪਿਆ। ਤਾਂ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹੇ ਕਾਮੰ ਨਰਕ ਵਿਸਰਾਮੰ। ਸਭ ਤੋਂ ਪਹਿਲਾਂ ਨੇਤਰ ਪ੍ਰਵਿਰਤ ਹੁੰਦੇ ਨੇ। ਨੇਤਰਾਂ ਨੇ ਵਾਸਨਾ ਦਾ ਇੱਕ ਖਿਆਲ ਭੇਜਿਆ ਮਨ ਦੇ ਅੰਦਰ, ਔਰ ਮੰਗ ਮਨ ਨੇ ਕੀਤੀ ਹੈ। ਨੇਤਰ ਇਹਦੇ ਲਈ ਸਹਾਇਕ ਬਣੇ ਹਨ, ਪਰ ਨੇਤਰਾਂ ਦਾ ਸਹਾਇਕ ਹੋਣਾ ਹੀ ਇਹਦੇ ਲਈ ਮੁਸ਼ਕਿਲ ਹੈ। ਪਹਿਲਾ ਖਿਆਲ ਭੇਜਿਆ, ਹੁਣ ਜਿਹਦਾ ਅਕਸ ਬਣ ਗਿਆ ਉਹਦੇ ਪ੍ਰਤੀ ਸੱਤ ਹੋਂਦ ਵਿਸਰ ਗਈ ਹੈ। ਇਹ ਨਹੀਂ ਆਇਆ ਕਿ ਜੋ ਸੁੰਦਰਤਾ ਉਹਦੇ ਦੁਆਰਾ ਅਕਾਲ ਪੁਰਖ ਨੇ ਪ੍ਰਗਟਿਤ ਕੀਤੀ ਹੈ ਉਹ ਅਦਬ ਦਾ ਪਾਤਰ ਬਣਦੀ ਹੈ। ਉਹ ਅਦਬ ਉਹਦਾ ਉਸ ਤਰ੍ਹਾਂ ਹੀ ਅਦਬ ਕੀਤਾ ਜਾਵੇ, ਪਰ ਉਹਨੂੰ ਆਪਣੀ ਇੰਦਰਿਆਵੀ ਭੁੱਖ ਦੇ ਵਿੱਚ ਪੈ ਕੇ ਮਨੁੱਖ ਭੋਗ ਦਾ ਵਿਸ਼ਾ ਬਣਾ ਲੈਂਦਾ ਹੈ। ਫਿਰ ਉਹਦੀ ਸਾਰੀ ਕੇਂਦਰਤਾ ਇਸ 'ਤੇ ਬਣ ਜਾਂਦੀ ਹੈ ਕਿ ਕਿਵੇਂ ਉਸ ਭੋਗ ਦੇ ਤਲ ਤੱਕ ਪੁੱਜਿਆ ਜਾਵੇ। ਫਿਰ ਪਹੁੰਚਿਆ, ਫਿਰ ਉਹਦੇ ਵਿੱਚ ਗ੍ਰਸਤ ਹੋ ਜਾਂਦਾ। ਇਹਨੂੰ ਕਹਿੰਦੇ ਵਾਸਨਾ 'ਚ ਗ੍ਰਸਤ ਹੋਣਾ, ਹਰ ਵੇਲੇ ਉਸ ਤਰਫ ਸੋਚਣਾ, ਹਰ ਉਸ ਵੇਲੇ ਧਿਆਨ ਲੱਗੇ ਰਹਿਣਾ, ਉਵੇਂ ਦੇ ਖਿਆਲ ਪਨਪਦੇ ਰਹਿਣੇ। ਤਾਂ ਫਿਰ ਕੀ ਹੁੰਦਾ, ਫਿਰ ਇਹਦੇ ਲਈ ਮਨੁੱਖ ਯਤਨ ਪੈਦਾ ਕਰਨਾ ਸ਼ੁਰੂ ਕਰ ਦਿੰਦਾ। ਹੁਣ ਜਦੋਂ ਕਾਮੁਕ ਦ੍ਰਿਸ਼ਾਂ ਦੀ ਭਰਮਾਰ ਹੈ ਤਾਂ ਇਹਦੇ ਬੜੇ ਮਨੋਵਿਗਿਆਨਕ ਕਾਰਨ ਨੇ। ਇਹਦਾ ਕਾਰਨ ਇਹ ਹੈ ਕਿ ਬਹੁਤੀ ਤਲ 'ਤੇ ਮਨੁੱਖ ਭੋਗਾਂ ਦੀ ਇੱਛਾ ਨੂੰ ਅੰਜਾਮ ਨਹੀਂ ਦੇ ਸਕਦਾ। ਫਿਰ ਉਹ ਚਿੱਤਰ ਦੁਆਰਾ, ਜਿਹਨੂੰ 8 ਪ੍ਰਕਾਰ ਦਾ ਕੰਮ ਕਿਹਾ ਜਾਂਦਾ ਹੈ, ਫਿਰ ਉਹ ਚਿੱਤਰ ਦੁਆਰਾ ਆਪਣੀ ਇਸ ਸਾਰੀ ਭੁੱਖ ਨੂੰ ਤ੍ਰਿਪਤ ਕਰਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹੇ ਕਾਮੰ ਨਰਕ ਵਿਸਰਾਮੰ। ਹੁਣ ਦੂਜੀ ਗੱਲ ਹੈ ਕਿ ਜਦੋਂ ਇਸੇ ਕਰਕੇ ਕਾਮ ਦੇ ਬਾਰੇ 5 ਨਰਕ ਕਹੇ ਗਏ ਨੇ। ਸਿਆਣਿਆਂ ਨੇ ਕਿਹਾ ਕਿ ਕਾਮ 5 ਨਰਕਾਂ 'ਚੋਂ ਘੱਟੋ ਘੱਟ ਮਨੁੱਖ ਨੂੰ ਭੁਗਤਾਉਂਦਾ ਹੈ। 5 ਨਰਕਾਂ ਤੋਂ ਭੋਗੇ ਬਿਨਾਂ ਕਾਮ ਦੀ ਗੱਲ ਪੂਰੀ ਨਹੀਂ ਹੁੰਦੀ। ਪਹਿਲਾ ਨਰਕ ਕੀ ਹੈ ਕਿ ਮਰਜ਼ਾਦਾ ਭੁੱਲਿਆ। ਇਸੇ ਕਰਕੇ ਮਰਜ਼ਾਦਾ ਭੁੱਲਿਆ ਕਿ ਜਿਸ ਨੂੰ ਜਿਸ ਅਦਬ ਕਰਕੇ ਦੇਖਣਾ ਸੀ ਉਸ ਅਦਬ ਕਰਕੇ ਨਹੀਂ ਦੇਖਿਆ ਅਤੇ ਆਪਣੇ ਜੀਵਨ ਦੀ ਮਰਜ਼ਾਦਾ ਤੋਂ ਛੁੜਕ ਕੇ ਅਗਿਆਨ ਦੇ ਵਿੱਚ ਪ੍ਰਵਿਰਤ ਹੋਇਆ। ਪਹਿਲਾ ਨਰਕ ਇਹ। ਦੂਜਾ ਨਰਕ ਜਦੋਂ ਚਿੱਤ ਦੇ ਤੌਰ 'ਤੇ ਪੂਰੀ ਤਰ੍ਹਾਂ ਉੱਧਰ ਕੇਂਦਰਿਤ ਹੋ ਗਿਆ, ਫਿਰ ਕੋਈ ਖਿਆਲ ਨਹੀਂ ਰਹੀ ਜੀਵਨ ਦੀ ਮਰਜ਼ਾਦਾ ਦਾ, ਰਿਸ਼ਤਿਆਂ ਦੀ ਤਾਣ ਸੋਝੀ ਨਾ ਰਹੀ, ਤਾਂ ਬਿਲਕੁਲ ਬਘਿਆੜ ਦੀ ਨਿਆਈ ਹੈਵਾਨ ਹੋ ਗਿਆ। ਇਸ ਤੋਂ ਅੱਗੇ ਜਦੋਂ ਚਿੱਤ ਬਿਲਕੁਲ ਸੰਗ੍ਰਹਿਤ ਹੋ ਗਿਆ, ਫਿਰ ਜੀਵਨ ਦਾ, ਫਿਰ ਜਦੋਂ ਉਸ ਕਰਮ ਨੂੰ ਕਰ ਬੈਠਾ, ਫਿਰ ਉਹਦੀ ਮਲੀਨਤਾ ਨੇ ਜੀਵਨ ਨੂੰ ਇੰਨਾ ਮਲੀਨ ਕਰ ਦਿੱਤਾ ਕਿ ਪਛਤਾਵੇ ਦੇ ਨਾਲ ਭਰਿਆ। ਅਤੇ ਫਿਰ ਉਸ ਤੋਂ ਅੱਗੇ ਜਾ ਕੇ ਜਦੋਂ ਮਲੀਨਤਾ ਬਹੁਤ ਗਹਿਰੀ ਉਤਰ ਗਈ ਤਾਂ ਫਿਰ ਆਤਮਿਕ ਸੰਕਟ ਬਣ ਗਿਆ। ਇਹ ਚੌਥਾ ਨਰਕ ਬਣਿਆ। ਅਤੇ ਜਦੋਂ ਜੀਵਨ ਬਿਨਸ ਗਿਆ, ਫਿਰ ਪਰਲੋਕ ਦੇ ਵਿੱਚ ਵੀ ਇੱਕ ਨਰਕ ਬਣਿਆ। ਇਸ ਕਰਕੇ ਗੁਰਬਾਣੀ 'ਚ ਇੱਕ ਵਾਕ ਨੇ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ। ਕੇਵਲ ਥੋੜ੍ਹੇ ਜਿਹੇ ਸਮੇਂ ਦੀ ਭੋਗਾਂ ਦੀ ਇੱਛਾ ਹੈ। ਹੁਣ ਇਸੇ ਕਰਕੇ ਦੁਨੀਆ ਦੇ ਸਾਰੇ ਰਹਿਬਰੀ ਪੁਰਸ਼ਾਂ ਨੇ ਆਖਿਆ ਆਪਣੀ ਇੱਛਾ 'ਤੇ ਕੰਮ ਕਰੋ। ਇਸ ਗੱਲ 'ਤੇ ਕੰਮ ਨਾ ਕਰੋ ਕਿ ਇੱਛਾ ਪੂਰੀ ਹੋ ਜਾਏ। ਹੁਣ ਹਰੇਕ ਮਨੁੱਖ ਦੀ ਫਿਤਰਤ ਹੈ। ਕੱਲ੍ਹ ਹੀ ਕਿਤੇ ਗੱਲ ਚੱਲ ਰਹੀ ਸੀ ਮੇਰੇ ਕਿਸੇ ਜਾਣਕਾਰ ਦੇ ਨਾਲ, ਤਾਂ ਉਹਦੇ ਵਿੱਚ ਨੁਕਤਾ ਇਹੀ ਸੀ। ਮੈਂ ਕਿਹਾ ਦੁਨੀਆ ਅੱਜ ਜਿਹੜੀ ਸਾਨੂੰ ਅੱਜ ਕੱਲ੍ਹ ਨਾ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਕਿ ਇੰਸਪਾਇਰੇਸ਼ਨਲ ਨਾ ਪ੍ਰੋਗਰਾਮ ਚੱਲਦੇ ਨੇ, ਮੋਟੀਵੇਸ਼ਨਲ ਪ੍ਰੋਗਰਾਮ ਚੱਲਦੇ ਨੇ। ਉਹਨਾਂ ਵਿੱਚ ਮੈਂ ਬਹੁਤ ਸਟੱਡੀ ਕਰਦਾ ਕਈ ਵਾਰੀ। ਉਹਦੇ ਵਿੱਚ ਕਿਹਾ ਜਾਂਦਾ ਆਪਣੀ ਵਿਲਿੰਗ ਪਾਵਰ ਵਧਾਓ, ਆਪਣੀ ਇੱਛਾ ਨੂੰ ਮਜ਼ਬੂਤ ਕਰੋ, ਇੱਛਾ ਦੇ ਲਈ ਯਤਨ ਮਜ਼ਬੂਤ ਕਰੋ। ਇਹ ਕੋਈ ਨਹੀਂ ਕਹਿੰਦਾ ਕਿ ਇੱਛਾ ਉਪਜੀ ਕਿੱਥੋਂ ਆ, ਪਹਿਲਾਂ ਇਸ 'ਤੇ ਕੰਮ ਕਰੋ। ਇਹ ਕੋਈ ਨਹੀਂ ਕਹਿੰਦਾ। ਜਿਵੇਂ ਸਿਆਣੇ ਕਹਿੰਦੇ ਨਾ ਕਿ ਉਹ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਤਾਂ ਕਿ ਉਹ ਮੱਤ ਉਹਨੇ ਦਿੱਤੀ ਹੈ। ਕੋਈ ਨਹੀਂ ਕਹਿ ਰਿਹਾ ਕਿ ਇੱਛਾ ਕਿੱਥੋਂ ਉਪਜੀ, ਇਹਦੇ 'ਤੇ ਕੰਮ ਕਰੋ। ਇਹ ਕਹਿ ਰਿਹਾ ਕਿ ਆਪਣੀ ਵਿਲਿੰਗ ਪਾਵਰ ਮਜ਼ਬੂਤ ਕਰੋ, ਆਪਣੀ ਜਿਹੜੀ ਇੱਛਾ ਸ਼ਕਤੀ ਉਹਨੂੰ ਉਚੇਰੇ ਲਿਜਾਓ। ਹੁਣ ਇੱਛਾ ਗਲਤ ਵੀ ਉਪਜ ਸਕਦੀ ਹੈ। ਤਾਂ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਇਹ ਪ੍ਰਵਿਰਤ ਹੁੰਦੀ ਹੈ ਤਾਂ ਇਹਦਾ ਪ੍ਰਯੋਗ ਮਨੁੱਖ ਨੂੰ ਗਿਰਾਵਟ ਵੱਲ ਲੈ ਜਾਂਦਾ। ਇਸੇ ਕਰਕੇ ਹੁਣ ਇਸ ਗੱਲ ਤੋਂ ਗ੍ਰਸਤ ਦਾ ਨੇਮ ਸਮਝਣਾ ਬੜੀ ਮਹੱਤਤਾ ਕਰਦਾ ਹੈ। ਜਦੋਂ ਕਾਮ ਦੀ ਊਰਜਾ ਮਨੁੱਖ ਦੇ ਸਾਰੇ ਸਰੀਰ 'ਚ ਪ੍ਰਵਾਹਿਤ ਹੋ ਜਾਂਦੀ ਹੈ, ਬੰਦਗੀ ਵਾਲੇ ਬੰਦੇ ਲਈ ਤਾਂ ਇਹ ਵਰਦਾਨ ਹੁੰਦੀ ਹੈ। ਉਹ ਤਾਂ ਬਹੁਤ ਜ਼ਿਆਦਾ ਮੰਗ ਕਰਦਾ ਕਿ ਮੇਰੀ ਇਕਾਗਰਤਾ ਬਣੀ ਰਹੇ। ਪਰ ਜਿਹੜਾ ਸੰਸਾਰਿਕ ਤਲ 'ਤੇ ਜਿਉਣ ਵਾਲਾ ਜਦੋਂ ਉਹਦੇ ਸਰੀਰ ਵਿੱਚ ਪ੍ਰਵਾਹਿਤ ਹੁੰਦੀ ਹੈ ਤਾਂ ਪਸ਼ੂ ਦੀ ਸਤਰ 'ਤੇ ਆ ਜਾਂਦਾ।
ਪਾਸ਼ਵਿਕ ਬਿਰਤੀ ਉਹਦੇ ਅੰਦਰ ਪਨਪਣ ਲੱਗ ਪੈਂਦੀ ਹੈ। ਤਾਂ ਫਿਰ ਸਾਡੇ ਵੱਡੇ ਮਨੁੱਖਾਂ, ਵੱਡੇ ਰਹਿਬਰਾਂ ਨੇ ਸੋਚਿਆ ਕਿ ਮਨੁੱਖ ਦੀ ਪਾਸ਼ਵਿਕ ਬਿਰਤੀ ਹੈ, ਦੋਵਾਂ ਦੇ ਤਲ 'ਤੇ ਉਪਜਦੀ ਹੈ, ਇਸਤਰੀ ਅਤੇ ਮਰਦ ਦੋਵਾਂ ਦੇ ਤਲ 'ਤੇ। ਫਿਰ ਇਹਦਾ ਜ਼ਬਤ ਬਣਾਇਆ ਜਾਵੇ, ਇਹਦਾ ਸੰਤੁਲਨ ਬਣਾਇਆ ਜਾਵੇ। ਫਿਰ ਉਹਨਾਂ ਨੇ ਗ੍ਰਸਤ ਦਾ ਨੇਮ ਕੜਿਆ ਕਿ ਇਹਦੇ ਵਿੱਚ ਜਦੋਂ ਸੰਯੁਕਤ ਰੂਪ ਹੋਣਗੇ ਤਾਂ ਇਹਨਾਂ ਦੋਵਾਂ ਦਾ ਸੰਤੁਲਨ ਬਣ ਜਾਏਗਾ। ਭਾਵ ਕਿ ਪਾਸ਼ਵਿਕ ਬਿਰਤੀਆਂ ਜਦੋਂ ਸਾਂਝੀਆਂ ਹੋਣਗੀਆਂ ਤਾਂ ਜੀਵਨ ਦਾ ਸੰਤੁਲਨ ਬਣ ਜਾਏਗਾ। ਕਿਸੇ ਸਭਾ ਦੇ ਵਿੱਚ ਬੜੀ ਵੱਡੀ ਬਹਿਸ ਹੋ ਰਹੀ ਸੀ। ਕਹਿੰਦੇ ਪ੍ਰਸ਼ਨ ਸੀ ਕਿ ਮਨੁੱਖ, ਇਸਤਰੀ ਨੂੰ ਵੇਸਵਾ ਕੌਣ ਬਣਾਉਂਦਾ ਹੈ ਅਤੇ ਮਨੁੱਖ ਨੂੰ ਦੁਰਾਚਾਰੀ ਕੌਣ ਬਣਾਉਂਦਾ ਹੈ। ਆਖਰੀ ਬੜੀ ਗਹਿਰੀ ਵਿਚਾਰ ਤੋਂ ਬਾਅਦ ਪਹੁੰਚੇ ਕਿ ਜਦੋਂ ਕਾਮ ਮਰਜ਼ਾਦਾ ਤੋਂ ਬਾਹਰ ਹੋ ਜਾਂਦਾ ਹੈ, ਇਹਦਾ ਮਨੁੱਖੀ ਸੰਤੁਲਨ ਵਿਗੜ ਜਾਂਦਾ ਹੈ, ਮਾਨਸਿਕ ਤੌਰ 'ਤੇ ਇਹਦੇ ਵੇਗ ਜਿਹੜੇ ਹਨ ਉਹ ਆਪ ਹੁਦਰੇ ਹੋ ਜਾਂਦੇ ਹਨ, ਉਦੋਂ ਇਹਦੇ ਨਾਲ ਸਾਰਾ ਜੀਵਨ, ਉਦੋਂ ਇਹ ਇਸਤਰੀ ਨੂੰ ਵੇਸਵਾਗਾਮਨੀ ਵਾਲੇ ਪਾਸੇ ਲੈ ਜਾਂਦਾ ਅਤੇ ਮਨੁੱਖ ਨੂੰ ਦੁਰਾਚਾਰ ਵਾਲੇ ਪਾਸੇ ਲੈ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੇ ਕਾਮੰ ਨਰਕ ਬਿਸਰਾਮ, ਗੁਰਬਾਣੀ 'ਚ ਪਾਵਨ ਵਾਕ ਨੇ। ਔਰ ਦੂਜੀ ਗੱਲ, ਹੁਣ ਇਸ ਤੋਂ ਵੀ ਅੱਗੇ ਵਾਸਨਾ ਦੀ ਗੱਲ ਅੱਗੇ ਕਰਦੇ ਹਾਂ। ਗੱਲ ਬਹੁਤ ਤੀਖਣ ਹੋ ਰਹੀ ਹੈ, ਆਸ ਕਰਦਾ ਕਿ ਆਪ ਜੀ ਸੰਤੁਲਨ ਬਣਾਈ ਰੱਖੋ। ਇਸੇ ਪ੍ਰਕਾਰ ਹੁਣ ਗ੍ਰਸਤ, ਕਾਮ ਦੀ ਮਰਜ਼ਾਦਾ ਨੂੰ ਗ੍ਰਸਤ ਦੇ ਨਿਯਮ ਵਿੱਚ ਢਾਲ ਦਿੱਤਾ ਹੈ। ਹੈਰਾਨਗੀ ਦੀ ਗੱਲ ਹੈ, ਬੰਦੇ ਦੀ ਇੱਥੇ ਆ ਕੇ ਵੀ ਤ੍ਰਿਪਤ ਨਹੀਂ ਹੁੰਦੀ। ਅੱਜ ਬੜੇ ਐਸੇ ਸੰਬੰਧ ਨੇ ਜਿਹੜੇ ਇਸੇ ਵਾਸਨਾ ਕਰਕੇ ਪ੍ਰਭਾਵਿਤ ਨੇ। ਅਤੇ ਮੈਨੂੰ ਖਿਮਾ ਕਰ ਦੇਣਾ, ਗੁਰਬਾਣੀ 'ਚ ਐਸੇ ਵਾਕ ਨੇ, ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਉ ਘਾਲੈ ਤੰਦਾ। ਸਪਸ਼ਟ ਵਾਕ ਲਿਖੇ ਨੇ ਭਗਤ ਨਾਮਦੇਵ ਜੀ ਨੇ। ਇਸ ਤੋਂ ਵੀ ਤੀਖਣ ਲਿਖੇ ਨੇ, ਰੰਨਾਂ ਹੋਈਆਂ ਬੋਦੀਆਂ ਪੁਰਸ਼ ਹੋਏ ਸਯਾਦ, ਸੀਲ ਸ਼ਰਮ ਸੁੱਚ ਪੰਨੀ ਖਾਣਾ ਖਾਣ ਆਹਾਦ। ਇੰਨੇ ਗੰਭੀਰ ਵਾਕ ਲਿਖੇ ਨੇ, ਵਿਆਖਿਆ ਦੀ ਮੰਗ ਨਹੀਂ ਕਰਦੇ, ਇਸ ਕਰਕੇ ਸਮਝ ਆ ਜਾਣੀ ਚਾਹੀਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੇ ਕਾਮੰ ਨਰਕ ਬਿਸਰਾਮੰ, ਤੂੰ ਨਰਕ ਦੇ ਵਿੱਚ ਵਾਸ ਕਰਾਉਣਾ। ਕਾਹਦੇ ਕਰਕੇ? ਹੁਣ ਦੂਜੀ ਗੱਲ ਹੈ ਕਿ ਉਸ ਨਰਕ ਨੂੰ ਬੰਦਾ ਨਰਕ ਮੰਨੇ ਵੀ। ਹੁਣ ਕਈ ਨਰਕ ਨੂੰ ਨਰਕ ਨਹੀਂ ਮੰਨਦੇ। ਸ਼ਰਾਬ ਪੀਣ ਵਾਲਾ ਸ਼ਰਾਬ ਨੂੰ ਨਰਕ ਨਹੀਂ ਮੰਨਦਾ, ਉਹ ਕਹਿੰਦਾ ਮੇਰਾ ਜੀਵਨ ਹੈ। ਪਰ ਇਹ ਨਹੀਂ ਪਤਾ ਕਿ ਇਹ ਗਿਰਾਵਟ ਵਾਲਾ ਜੀਵਨ ਹੈ। ਠੀਕ ਹੈ ਕਿ ਤੇਰੇ ਜੀਵਨ ਦੀ ਹੋਂਦ ਬਣੀ ਹੋਈ ਹੈ। ਉਦਾਹਰਨ ਦੇ ਤੌਰ 'ਤੇ ਇਹਨੂੰ ਕਹਿੰਦੇ ਨੇ ਸੀਮਾਗਤ ਨਰਕ। ਨਰਕ ਦਾ ਮਤਲਬ ਕੀ ਹੈ ਕਿ ਉਹ ਸ਼ਰਾਬ ਪੀਂਦਾ ਅਤੇ ਸਭ ਤੋਂ ਪਹਿਲਾਂ ਉਹਦੀ ਬੁੱਧੀ ਸੀਮਤ ਹੁੰਦੀ ਹੈ, ਉਹਨੂੰ ਨਹੀਂ ਪਤਾ ਕੋਈ ਸੰਬੰਧ ਕੀ ਹੈ। ਇਸੇ ਕਰਕੇ ਪੰਜਾਂ ਵਕਾਰਾਂ ਨੂੰ ਸੰਸਾਰ ਦੇ ਸਿਆਣੇ ਪੁਰਸ਼ਾਂ ਨੇ 5 ਵੱਡੇ ਨਸ਼ੇ, 5 ਵੱਡੇ ਚੋਰ, 5 ਵੱਡੇ ਜਿਹੜੇ ਬਲਸ਼ਾਲੀ ਆਖਿਆ ਕਿ ਜਿਵੇਂ ਮਰਜ਼ੀ ਚਾਹੁਣ ਮਨੁੱਖ ਨੂੰ ਆਪਣੇ ਅਧੀਨ ਕਰ ਲੈਣ। ਤਾਂ ਹੁਣ ਗੁਰੂ ਸਾਹਿਬ ਜੀ ਕਹਿੰਦੇ ਹੇ ਕਾਮੰ ਨਰਕ ਬਿਸਰਾਮੰ, ਜਦ ਵਾਸਨਾਗਤ ਕਰਕੇ ਮਨੁੱਖ ਦੇ ਉੱਪਰ ਤੂੰ ਸਵਾਰ ਹੋ ਜਾਂਦਾ, ਕੋਈ ਜੀਵਨ ਦੀ ਮਾਣ ਮਰਜ਼ਾਦਾ ਨਹੀਂ ਬਚਦੀ। ਫਿਰ ਮਨੁੱਖ ਹਰ ਪ੍ਰਕਾਰ ਕਰਕੇ, ਗੁਰਬਾਣੀ 'ਚ ਨਾ ਇੱਕ ਵਾਕ ਹੈ, ਗੁਰੂ ਸਾਹਿਬ ਜੀ ਕਹਿੰਦੇ ਕੰਦਰਪ ਕੋਟ ਜਾ ਕੇ ਲਵੈ ਨਾ ਤਰਹੇ। ਮੈਂ ਇਸ ਵਾਕ ਬਾਰੇ ਸੋਚਿਆ ਕਿ ਸ਼ਬਦ ਕਦੀ ਡਿਕਸ਼ਨਰੀ 'ਚ ਪੜ੍ਹਿਆ ਨਹੀਂ ਹੈ, ਬੜਾ ਗਹਿਰਾ ਖੋਜਿਆ, ਕਿਸੇ ਡਿਕਸ਼ਨਰੀ 'ਚ ਮਿਲਿਆ ਨਾ। ਤਾਂ ਫਿਰ ਇਹ ਸ਼ਬਦ ਦਾ ਜਿਹੜਾ ਸੀ ਕਾਮ ਸ਼ਾਸਤਰ ਦੇ ਵਿੱਚ ਮਿਲਿਆ ਕਿ ਕਾਮ ਦੇ 5 ਨਾਮ ਮੰਨੇ ਜਾਂਦੇ ਨੇ। ਇੱਕ ਹੈ ਕੰਦਰਪ, ਇੱਕ ਹੈ ਪੰਚਾਇਸਕ, ਇੱਕ ਹੈ ਮਨਮਥ। ਇਸ ਕਰਕੇ 5 ਤਰ੍ਹਾਂ ਦੇ ਨਾਮ। ਕੰਦਰਪ ਦਾ ਅਰਥ ਹੈ ਕਿ ਜਿਹੜਾ ਚਿੱਤ ਨੂੰ ਚੁਰਾ ਕੇ ਅਤੇ ਤੁਹਾਡੇ ਅੰਦਰ ਸਾਰੀ ਮੈਲ ਭਰ ਦਿੰਦਾ ਹੈ। ਉਦਾਹਰਨ ਦੇ ਤੌਰ 'ਤੇ ਦਰਵਾਜ਼ਾ ਖੁੱਲ੍ਹਾ ਹੋਵੇ ਤਾਂ ਜਿੰਨਾ ਮਰਜ਼ੀ ਕੂੜਾ ਕਰਕਟ ਅੰਦਰ ਭੇਜਿਆ ਸਾ ਸਕਦਾ, ਜੇ ਦਰਵਾਜ਼ਾ ਬੰਦ ਹੋਵੇ ਤਾਂ ਕੂੜਾ ਕਰਕਟ ਨਹੀਂ ਆਉਂਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਪਰਮਾਵਣੇ, ਬੜੀਆਂ ਜੂਨਾਂ ਦੇ ਭਰਮਣ ਦਾ ਕਾਰਨ ਬਣਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਬਹੁ ਜੋਨੀ ਪਰਮਾਵਣੇ। ਹੁਣ ਬਹੁ ਜੋਨੀ ਮਰਨ ਤੋਂ ਬਾਅਦ ਨਹੀਂ, ਜੀਵਨ ਦੇ ਵਿੱਚ। ਇਸੇ ਕਰਕੇ ਸੰਸਾਰ ਦੇ ਦਾਨੇ ਪੁਰਖਾਂ ਨੇ ਕਿਹਾ ਕਿ ਕਾਮ ਦੀ ਵਾਸਨਾ ਅਧੀਨ ਹੋਇਆ ਬੰਦਾ ਇਸ ਜਨਮ ਦੇ ਵਿੱਚ ਹੀ ਜੂਨਾ ਪ੍ਰਵਿਰਤ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਜਦੋਂ ਮਾਣ ਮਰਜ਼ਾਦਾ ਭੁੱਲਿਆ, ਉਦੋਂ ਹਲਕੇ ਕੁੱਤੇ ਦੀ ਨਿਆਈ ਹੋ ਗਿਆ। ਮਤਲਬ ਕਿ ਆਪਣੇ ਹੀ ਸੰਬੰਧੀ ਨੂੰ ਵੱਢਣ 'ਤੇ ਚਲਾ ਗਿਆ। ਆਪਣੇ ਹੀ ਜਿਨ੍ਹਾਂ ਦੇ ਕਰਕੇ ਮਰਜ਼ਾਦਾਮਈ ਸੰਬੰਧ ਬਣਦੇ ਨੇ, ਉਹਨਾਂ ਦੀ ਹੀ ਮਾਣ ਅਪਮਾਨ ਹਰਨ ਵਾਲੇ ਪਾਸੇ ਚਲਾ ਗਿਆ। ਇਸ ਕਰਕੇ ਹਲਕਾਏ ਕੂਕਰ ਦੀ ਨਿਆਈ ਹੋ ਗਿਆ। ਦੂਜੀ ਜੂਨ ਹਾਥੀ ਦੀ। ਹਾਥੀ ਵਿੱਚ ਐਡਾ ਵੱਡਾ ਬਲ ਹੁੰਦਾ ਹੈ ਪਰ ਉਹਨੂੰ ਕਾਗਜ਼ ਦੀ ਹਥਨੀ ਮੋਹਤ ਕਰ ਲੈਂਦੀ ਹੈ। ਇਸੇ ਪ੍ਰਕਾਰ ਕਰਕੇ ਕਹਿੰਦੇ ਜਦੋਂ ਮਨੁੱਖ ਬਹੁਤ ਵੱਡਾ ਬਲਸ਼ਾਲੀ ਹੋ ਕੇ ਜਾਂ ਬਹੁਤ ਵੱਡੇ ਉੱਚੇ ਰੁਤਬੇ 'ਤੇ ਜਾ ਕੇ ਵੀ ਇਹਦੀ ਵਾਸਨਾ ਵਿੱਚ ਪ੍ਰਵਿਰਤ ਹੋ ਜਾਂਦਾ ਹੈ ਤਾਂ ਉਹ ਹਾਥੀ ਦੀ ਜੂਨ ਭੋਗਦਾ ਹੈ। ਤਾਂ ਇਸੇ ਪ੍ਰਕਾਰ ਉੱਲੂ ਦੀ ਜੂਨ, ਉੱਲੂ ਦੀ ਜੂਨ ਵੀ ਕਾਮ ਦੇ ਅਧੀਨ ਹੋ ਕੇ ਪ੍ਰਵਿਰਤ ਕਰਕੇ ਭੋਗਦਾ ਹੈ। ਭਾਵ ਕਿ ਇਹ ਹਮੇਸ਼ਾ ਪੜਦਾ ਤਾਂ ਅੰਧਕਾਰ ਹੀ ਲੱਭਦਾ ਤਾਂ ਕਿ ਮੈਂ ਆਪਣੀ ਵਾਸਨਾ ਨੂੰ ਅੰਜਾਮ ਦੇ ਸਕਾਂ। ਜੇ ਕਿਤੇ ਬਹੁਤ ਬ੍ਰਹਮ ਵੈਵਰਤ ਪੁਰਾਣ ਦੇ ਵਿੱਚ ਨਾ ਬਹੁਤ ਡੀਪ ਲਿਖਿਆ ਹੋਇਆ, ਇੰਨਾ ਜ਼ਿਆਦਾ ਡੀਪ ਲਿਖਿਆ ਹੋਇਆ ਕਿ ਦੱਸਿਆ ਕਿ ਕਿੰਨੀਆਂ ਜੂਨਾਂ ਮਨੁੱਖ ਇਹਦੇ ਅਧੀਨ ਹੋ ਕੇ, 3 ਤਾਂ ਮੈਂ ਗਿਣਾ ਦਿੱਤੀਆਂ ਨੇ, ਇੱਕ
ਕੂਕਰ ਦੀ, ਇੱਕ ਹਾਥੀ ਦੀ, ਇੱਕ ਉੱਲੂ ਦੀ। ਤਾਂ ਇਸੇ ਪ੍ਰਕਾਰ ਕਹਿੰਦੇ ਇਹਦੀ ਜੂਨ ਮਨੁੱਖ ਨੂੰ ਬਾਜ ਵੀ ਬਣਾ ਦਿੰਦੀ ਹੈ। ਜਦੋਂ ਨੇਤਰਾਂ ਦੇ ਤਲ 'ਤੇ ਵਾਸਨਾ ਗ੍ਰਹਿਤ ਹੁੰਦੀ ਹੈ ਤਾਂ ਮਨੁੱਖ ਬੜੀਆਂ ਅੱਖਾਂ ਪਾੜ ਕੇ ਦੇਖਦਾ ਹੈ ਕਿ ਮੈਨੂੰ ਰੂਪ ਸਪਸ਼ਟ ਹੋ ਜਾਵੇ ਜਿਹੜਾ ਗੁਜ਼ਰ ਰਿਹਾ ਸਾਹਮਣੇ। ਤਾਂ ਇਸੇ ਪ੍ਰਕਾਰ ਫਿਰ ਕਹਿੰਦੇ ਮਤਲਬ ਇੱਕ ਅਪੱਦਰ ਗੈਂਡੇ ਵਾਂਗ ਵੀ ਹੋ ਜਾਂਦਾ ਹੈ। ਗੈਂਡੇ ਦੇ ਸਿਰ ਵਿੱਚ ਇਤਨੀ ਤਾਕਤ ਹੁੰਦੀ ਹੈ ਕਿ ਉਹ ਕਿਸੇ ਚੀਜ਼ ਨੂੰ ਵੀ ਢਾਹ ਸਕਦਾ ਹੈ। ਇਸੇ ਪ੍ਰਕਾਰ ਕਹਿੰਦੇ ਮਨੁੱਖ ਆਪਣੀ ਬੁੱਧੀ ਦਾ, ਆਪਣੇ ਤਾਣ ਦਾ ਸਾਰਾ ਜ਼ੋਰ ਇਸੇ ਪਾਸੇ ਲਗਾ ਦਿੰਦਾ ਹੈ ਤਾਂ ਕਿ ਮੇਰੀ ਵਾਸਨਾ ਦੀ ਪੂਰਤੀ ਹੋ ਜਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਹੁ ਜੋਨੀ ਪਰਮਾਵਣੇ। ਜਦ ਕਦੇ ਕਈ ਵਾਰੀ ਮਤਲਬ ਬਹੁਤ ਹੁੰਦਾ ਗੁਹਜ, ਤਾਂ ਗੁਰੂ ਸਾਹਿਬ ਜੀ ਨਾ ਸੁਖਮਨੀ ਸਾਹਿਬ ਦੀ ਬਾਣੀ 'ਚ ਫਰਮਾਉਂਦੇ ਨੇ, ਆਪ ਜੀ ਸਾਰੇ ਪੜ੍ਹਦੇ ਹੋ। ਗੁਰੂ ਸਾਹਿਬ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਸਾਨੂੰ ਕੋਈ ਪਸ਼ੂ ਕਹਿ ਦੇ ਅਸੀਂ ਨਹੀਂ ਬਰਦਾਸ਼ਤ ਕਰਾਂਗੇ, ਕੋਈ ਸਾਨੂੰ ਕੂਕਰ ਕਹਿ ਦੇ, ਕੋਈ ਸਾਨੂੰ ਹਾਥੀ ਕਹਿ ਦੇ, ਅਸੀਂ ਕਹਾਂਗੇ ਨਹੀਂ, ਅਸੀਂ ਮੰਨਾਂਗੇ ਨਹੀਂ, ਅਸੀਂ ਲੜਨ ਤੱਕ ਜਾਵਾਂਗੇ। ਪਰ ਜੇ ਅੰਤਰ ਹਿਰਦੇ ਵਿੱਚ ਵਿਚਾਰ ਕੇ ਦੇਖੀਏ ਕਿ ਜਦੋਂ ਸਾਡੇ 'ਤੇ ਵਾਸਨਾ ਸਵਾਰ ਹੁੰਦੀ ਹੈ ਸਾਨੂੰ ਕੀ ਬਣਾ ਦਿੰਦੀ ਹੈ, ਜਿਹੜਾ ਇਸ ਗੱਲ ਨੂੰ ਵਿਚਾਰਦਾ ਉਹੀ ਇਸ ਵਾਕ ਦੀ ਸੋਝੀ ਵਿੱਚ ਜਾ ਸਕੇਗਾ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਤਾਂ ਗੁਰੂ ਸਾਹਿਬ ਜੀ ਅਗਲੇ ਵਾਕ ਵਿੱਚ ਬਖਸ਼ਿਸ਼ ਕਰਦੇ ਹਨ, ਚਿੱਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਿਦਾਰਣ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿੱਡਾ ਇਹਦਾ ਪ੍ਰਭਾਵ ਕਿੱਡਾ ਹੈ। ਚਿੱਤ ਹਰਣੰ ਦਾ ਉਦਾਹਰਨ ਦੇ ਤੌਰ 'ਤੇ ਮਨ ਬੁੱਧੀ 'ਤੇ ਆਧਾਰਿਤ ਹੈ। ਬੁੱਧੀ ਜਿਹੜੀ ਹੈ ਉਹ ਚਿੱਤ 'ਤੇ ਆਧਾਰਿਤ ਹੈ ਅਤੇ ਇਹ ਚਿੱਤ ਨੂੰ ਚੁਰਾ ਲੈਂਦਾ, ਭਾਵ ਕਿ ਚਿੱਤ ਚੁਰਾਇਆ ਗਿਆ ਫਿਰ ਬੁੱਧੀ ਨੇ ਵੀ ਕੰਮ ਕਰਨਾ ਛੱਡ ਦੇਣਾ ਅਤੇ ਮਨ ਨੇ ਵੀ ਕੰਮ ਕਰਨਾ ਛੱਡ ਦੇਣਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਚਿੱਤ ਹਰਣੰ, ਜਦੋਂ ਮਨੁੱਖ ਦਾ ਚਿੱਤ ਚੁਰਾ ਲੈਣਾ ਭਾਵ ਕਿ ਉਹ ਸਮੁੱਚਾ ਹੀ ਸੰਮਿਲਿਤ ਹੋ ਜਾਂਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਫਿਰ ਤੂੰ ਚਿੱਤ ਚੁਰਾ ਲੈਣਾ, ਜਦੋਂ ਮਨੁੱਖ ਦੀ ਜਿਵੇਂ ਉਦਾਹਰਨ ਦੇ ਤੌਰ 'ਤੇ ਅਕਲ ਹੀ ਨਾ ਰਹੇ ਤਾਂ ਫਿਰ ਜਿਹੜਾ ਮਰਜ਼ੀ ਗਲਤ ਕੰਮ ਉਹਦੇ ਤੋਂ ਹੋ ਸਕਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਤ੍ਰੈ ਲੋਕ ਗਮਯੰ, ਚਿੱਤ ਚੁਰਾਉਣਾ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੈ। ਕਿਸ ਪ੍ਰਕਾਰ ਬ੍ਰਹਮਾ ਵਰਗੇ ਜਿਨ੍ਹਾਂ ਨੇ ਸੰਸਾਰ ਦੀ ਉਤਪੱਤੀ ਵਰਗਾ ਮੰਨਿਆ ਜਾਂਦਾ, ਜਦੋਂ ਬ੍ਰਹਮ ਲੋਕ ਵਿੱਚ ਗਿਆ ਬ੍ਰਹਮਾ ਦੇ ਉੱਪਰ ਸਵਾਰ ਹੋ ਗਿਆ ਅਤੇ ਬ੍ਰਹਮਾ ਆਪਣੀ ਪੁੱਤਰੀ ਦੇ ਉੱਪਰ ਮੋਹਿਤ ਹੋ ਗਿਆ। ਜਦੋਂ ਕੈਲਾਸ਼ ਪਰਬਤ 'ਤੇ ਗਿਆ ਅਤੇ ਉੱਥੇ ਸ਼ਿਵ ਨੂੰ ਮੋਹਿਤ ਕੀਤਾ ਅਤੇ ਮੋਹਣੀ ਅਵਤਾਰ ਕਰਕੇ ਉਹਨੂੰ ਭਰਮਾ ਲਿਆ। ਇਸੇ ਪ੍ਰਕਾਰ ਜਦੋਂ ਇੰਦਰ ਲੋਕ ਦੇ ਵਿੱਚ ਗਿਆ ਅਤੇ ਇੰਦਰ ਨੂੰ ਭਰਮਾ ਲਿਆ ਅਤੇ ਉਹ ਗੌਤਮ ਦੀ ਨਾਰ ਅਹਲਿਆ ਦੇ ਉੱਪਰ ਜਿਹੜਾ ਹੈ ਆਕਰਸ਼ਿਤ ਹੋ ਗਿਆ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਤ੍ਰੈ ਲੋਕ ਗਮਯੰ, ਇੱਕ ਲੋਕ ਦੇ ਵਿੱਚ ਨਹੀਂ ਤਿੰਨਾਂ ਲੋਕਾਂ ਦੇ ਵਿੱਚ ਤੇਰਾ ਭਾਵ ਚੱਲਦਾ। ਔਰ ਕੀ ਕਰਦਾ ਹੈ, ਜਪ ਤਪ ਸੀਲ ਬਿਦਾਰਣੇ। ਜਿਤਨੀ ਜਪ ਤਪ ਕਰਕੇ ਮਨੁੱਖ ਨੇ ਆਚਰਨ ਦੀ ਪਵਿੱਤਰਤਾ ਕਮਾਈ ਹੁੰਦੀ ਹੈ, ਗੁਰੂ ਸਾਹਿਬ ਜੀ ਕਹਿੰਦੇ ਸੀਲ ਉਹ ਜਿਹੜਾ ਸਾਰਾ ਸੰਜਮ ਬਣਾਇਆ ਹੁੰਦਾ ਬਿਦਾਰਣ ਹੈ, ਉਸ ਸਾਰੇ ਨੂੰ ਚਕਨਾ ਚੂਰ ਕਰ ਦਿੰਦਾ। ਉਦਾਹਰਨ ਦੇ ਤੌਰ 'ਤੇ ਇਹਦੀ ਵਿਕਾਰਾਂ ਦੇ ਸੰਬੰਧ 'ਚ ਜੇ ਥੋੜ੍ਹੀ ਜਿਹੀ ਗੱਲ ਕਰ ਲਈਏ, ਮੈਨੂੰ ਕਈ ਵਾਰੀ ਬਹੁਤ ਪੁੱਛਦੇ ਨੇ ਜੀ ਕਿਹੜੇ ਵਿਕਾਰ 'ਤੇ ਸਹਿਜੇ ਕਾਬੂ ਪਾਇਆ ਜਾ ਸਕਦਾ। ਮੈਂ ਕਿਹਾ ਕਿਸੇ 'ਤੇ ਵੀ ਨਹੀਂ ਪਾਇਆ ਜਾ ਸਕਦਾ, ਗੱਲ ਤਾਂ ਤੁਹਾਡੀ ਸਾਧਨਾ 'ਤੇ। ਪਰ ਫਿਰ ਵੀ ਜੇ ਅਸੀਂ ਤੁਲਨਾਤਮਕ ਥੋੜ੍ਹੀ ਗੱਲ ਕਰੀਏ, ਅਸੀਂ ਕਿਸੇ ਨੂੰ ਕ੍ਰੋਧ ਕਰਕੇ ਕੌੜੇ ਬਚਨ ਬੋਲੇ ਨੇ, ਅਗਲੇ ਦਾ ਹਿਰਦਾ ਦੁਖਾਇਆ, ਤਾਂ ਹੋ ਸਕਦਾ ਜਦੋਂ ਸਾਡਾ ਹਿਰਦਾ ਥੋੜ੍ਹਾ ਨੋਰਮਲ ਹੋਵੇ, ਆਮ ਅਵਸਥਾ ਵਿੱਚ ਆਵੇ, ਤਾਂ ਉਹਦੇ ਪਛਤਾਤਾਪ ਨੂੰ ਅਸੀਂ ਮੁਆਫੀ ਦੇ ਨਾਲ ਪੂਰਾ ਕਰ ਸਕਦੇ ਹਾਂ। ਕਈ ਦਫਾ ਮੈਂ ਖੁਦ ਕੀਤਾ, ਕਦੇ ਵੇਗ ਵਿੱਚ ਆ ਕੇ ਕ੍ਰੋਧ ਦੇ ਬਚਨ ਬੋਲੇ ਗਏ, ਅਗਲੇ ਦਾ ਹਿਰਦਾ ਛਲਣੀ ਕਰ ਦਿੱਤਾ, ਦੁਬਾਰਾ ਜਾ ਕੇ ਉਹਦੇ ਕੋਲੋਂ ਵਿਨਿਮਰਤਾ ਦੇ ਨਾਲ ਮੁਆਫੀ ਮੰਗ ਲਈ, ਆਪਣੀ ਗਲਤੀ ਦੀ ਜਾਚਨਾ ਕਰ ਲਈ, ਆਪ ਵੀ ਕ੍ਰੋਧ ਦੇ ਭਾਰ ਤੋਂ ਮੁਕਤ ਹੋ ਗਏ, ਅਗਲੇ ਦਾ ਹਿਰਦਾ ਵੀ ਠੀਕ ਹੋ ਗਿਆ। ਮੋਹ ਦੇ ਤਲ 'ਤੇ, ਮੋਹ ਦਾ ਤਲ ਵੀ ਐਸਾ ਹੋ ਜਾਂਦਾ ਹੈ, ਹੰਕਾਰ ਦੇ ਤਲ 'ਤੇ ਕਿਸੇ ਦੀ ਹਸਤੀ ਦਾ ਅਪਮਾਨ ਕਰ ਦਈਏ ਤਾਂ ਉਹ ਵੀ ਥੋੜ੍ਹਾ ਕਿਤੇ ਨਾ ਕਿਤੇ ਕਵਰ ਹੋ ਸਕਦਾ। ਬੰਦਾ ਦੁਬਾਰਾ ਜਾ ਕੇ ਰਾਜੇ ਲੋਕ ਆਮ ਬੰਦੇ ਦੇ ਚਰਨੀ ਪੈ ਜਾਂਦੇ ਨੇ ਕਿ ਮੇਰੇ ਕੋਲੋਂ ਗਲਤੀ ਹੋ ਗਈ। ਇਸੇ ਪ੍ਰਕਾਰ ਕ੍ਰੋਧ ਦੇ ਤਲ 'ਤੇ, ਅਹੰਕਾਰ ਦੇ ਤਲ 'ਤੇ, ਲੋਭ ਦੇ ਤਲ 'ਤੇ ਵੀ ਹੋ ਜਾਂਦਾ ਹੈ। ਕਿਸੇ ਦਾ ਧਨ ਚੁਰਾ ਲਈਏ ਤਾਂ ਬਾਅਦ 'ਚ ਖਿਆਲ ਆਉਂਦਾ ਨਹੀਂ ਅਸੀਂ ਤਾਂ ਆਪਣੀ ਇੰਨੀ ਕੁ ਲੋੜ ਕਰਕੇ ਚੁਰਾਇਆ, ਹੋ ਸਕਦਾ ਅਗਲੇ ਦੀ ਕਿੱਡੀ ਵੱਡੀ ਲੋੜ ਹੋਵੇ। ਇਸ ਕਰਕੇ ਕਈ ਵਾਰੀ ਚੋਰ ਲੋਕ ਵੀ ਜਿੱਥੋਂ ਚੋਰੀ ਕੀਤੀ ਵਾਪਸ ਕਰ ਆਉਂਦੇ ਨੇ। ਲੋਭ ਵੀ ਥੋੜ੍ਹਾ ਬਹੁਤਾ ਕਵਰ ਹੋ ਸਕਦਾ ਕਿ ਇਹਦਾ ਕੀਤਾ ਹੋਇਆ ਕਰਮ ਦੁਬਾਰਾ ਮਨੁੱਖ ਕਰ ਲਵੇ। ਤਾਂ ਦੂਜੇ ਪਾਸੇ ਇਹ 3-4 ਵਿਕਾਰ ਨੇ ਜਿਹੜੇ ਥੋੜ੍ਹੇ ਬਹੁਤੇ ਜੇ ਮਨੁੱਖ ਯਤਨ ਕਰੇ ਤਾਂ ਦੁਬਾਰਾ ਇਹਨਾਂ ਦਾ ਹੱਲ ਹੋ ਸਕਦਾ ਹੈ, ਕਾਮ ਦਾ ਹੱਲ ਨਹੀਂ ਹੁੰਦਾ। ਉਦਾਹਰਨ ਦੇ ਤੌਰ 'ਤੇ ਜਿਹਨੂੰ ਮਲੀਨਤਾ ਦੇ ਨਾਲ ਦੇਖਿਆ ਉਹਨੂੰ ਜਾ ਕੇ ਕਹਿ ਸਕੋਗੇ ਕਿ ਤੈਨੂੰ ਮੈਂ ਮਾੜੀ ਨਜ਼ਰ ਦੇ ਨਾਲ ਦੇਖਿਆ? ਨਹੀਂ ਕਹਿ ਸਕੋਗੇ। ਅਗਲਾ ਵੀ ਪ੍ਰਵਾਨ ਨਹੀਂ ਕਰੇਗਾ, ਖੁਦ ਵੀ ਨਹੀਂ ਕਹਿ ਸਕੋਗੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਪ ਤਪ ਸੀਲ ਬਿਦਾਰਣੇ। ਮੈਨੂੰ ਗੁਰਬਾਣੀ 'ਚ ਕਈ ਵਾਰੀ, ਭਾਵੇਂ ਕਿ ਮੇਰੀ ਥੋੜ੍ਹੀ ਕਿਰਤ ਹੈ ਕਿ ਮੈਂ ਵਿਆਖਿਆ ਦੀ ਡਿਊਟੀ ਕਰਦਾ, ਪਰ ਮੈਂ ਸਮਝਦਾ ਕਿ ਜੀਵਨ ਦਾ ਸਭ ਤੋਂ ਵੱਡਾ ਵਰਦਾਨ ਹੀ ਇਹ ਹੈ
ਆਪ ਜੀ ਦੀ ਵਿਆਖਿਆ ਦੀ ਸੇਵਾ ਲਈ ਤਾਂ ਯਤਨ ਕਰਨਾ ਹੀ ਕਰਨਾ ਹੈ। ਆਪਣੇ ਆਪ ਲਈ ਬਹੁਤ ਕੁਝ ਸਮਝ ਆਉਂਦਾ। ਗੁਰਬਾਣੀ 'ਚ ਵਾਕ ਆਉਂਦਾ, ਮੂੰਦ ਲੀਏ ਦਰਵਾਜ਼ੇ ਬਾਜੀ ਲਈ ਅਨਹਦ ਬਾਜੇ। ਮੂੰਦ ਲੀਏ ਦਾ ਭਾਵ ਹੈ ਕਿ ਇਹਨਾਂ ਨੇਤਰਾਂ ਨੂੰ ਬੰਦ ਕੀਤਾ ਹੈ। ਤਾਂ ਇਸੇ ਪ੍ਰਕਾਰ ਕਹਿੰਦੇ ਕਿਸੇ ਪੁਰਖ ਦੀ, ਜਿਵੇਂ ਕਿਸੇ ਮਹਾਤਮਾ ਦੀ ਨਾ ਨਜ਼ਰ ਘਟ ਗਈ ਤਾਂ ਬਿਲਕੁਲ ਅੰਧਾ ਹੋ ਗਿਆ, ਤਾਂ ਉਹ ਕਹਿੰਦਾ ਕਿ ਉਹਦਾ ਕੋਈ ਮਰੀਦ ਆਇਆ ਬੜੇ ਸਮੇਂ ਬਾਅਦ ਉਹਨੂੰ ਮਿਲਣ, ਕਹਿੰਦਾ ਬੜੀ ਮਾੜੀ ਗੱਲ ਹੋਈ, ਤੁਹਾਡੇ ਨੇਤਰਾਂ ਦੀ ਜੋਤ ਜਾਂਦੀ ਰਹੀ, ਅੰਧੇ ਹੋ ਗਏ, ਕੁਝ ਨਜ਼ਰ ਨਹੀਂ ਆਉਂਦਾ। ਕਹਿੰਦਾ ਤੈਨੂੰ ਇਹ ਚਿੰਤਾ, ਮੈਨੂੰ ਕੋਈ ਹੋਰ ਚਿੰਤਾ ਹੈ। ਕਹਿੰਦਾ ਕੀ ਗੱਲ? ਕਹਿੰਦਾ ਇਹਨਾਂ ਦੇ ਨਾਲ ਨਜ਼ਰ ਆਉਣਾ ਬੰਦ ਹੋ ਗਿਆ। ਮਨ ਐਡਾ ਭੈੜਾ ਕਿ ਇਹੋ ਜਿਹੀਆਂ ਕਲਪਨਾ ਕਰ ਦਿੰਦਾ ਕਿ ਹਜ਼ਾਰਾਂ ਚਿੱਤਰ ਅਜੇ ਵੀ ਅੰਦਰ ਪਏ ਨੇ। ਕਹਿੰਦਾ ਤੂੰ ਇਸ ਚਿੰਤਾ ਦੇ ਵਿੱਚ ਹੈ ਕਿ ਮੈਨੂੰ ਬਾਹਰੀ ਤੌਰ 'ਤੇ ਨਹੀਂ ਦੇਖ ਰਿਹਾ, ਮੈਨੂੰ ਇਹ ਚਿੰਤਾ ਪਈ ਹੋਈ ਹੈ ਕਿ ਮਨ ਐਡੀ ਮਾੜੀ ਸ਼ੈ ਹੈ, ਮੇਰੀ ਵਾਸਨਾ ਵਿੱਚ ਇੰਨਾ ਫਸਿਆ ਹੋਇਆ ਕਿ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ। ਇਹਨੇ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕਲਪਨਾ ਦੇ ਨਾਲ ਰੋਜ਼ਾਨਾ ਹਰੇਕਾਂ ਚਿੱਤਰ ਰੋਜ਼ਾਨਾ ਮੇਰੇ ਸਾਹਮਣੇ ਬਣਾ ਦਿੰਦਾ ਅਤੇ ਮੇਰਾ ਸਾਰਾ ਜ਼ੋਰ ਉਹਨਾਂ ਨੂੰ ਮਿਟਣ 'ਤੇ ਲੱਗ ਜਾਂਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਪ ਤਪ ਸੀਲ ਵਿਦਾਰਣ। ਔਰ ਇਹਦਾ ਮੈਂ ਥੋੜ੍ਹਾ ਜਿਹਾ ਦੋ ਕੀ ਵਾਕ ਕਹਾਂਗਾ, ਜ਼ਿਆਦਾ ਨਹੀਂ ਕਹਾਂਗਾ। ਅੱਜ ਦੇ ਸਮੇਂ ਦੇ ਵਿੱਚ ਮੈਨੂੰ ਬੜੀ ਵਾਰੀ, ਮੈਂ ਕਦੀ ਵੀ ਕਿਸੇ ਦਾ ਸਰੀਰਕ ਹਾਲ ਚਾਲ ਨਹੀਂ ਪੁੱਛਦਾ, ਮੈਂ ਕਦੀ ਨਹੀਂ ਪੁੱਛਦਾ, ਮਾਨਸਿਕ ਤੌਰ 'ਤੇ ਪੁੱਛਦਾ। ਅੱਜ ਦੇ ਅਸੀਂ ਮਾਤਾ ਪਿਤਾ ਦੇ ਤੌਰ 'ਤੇ ਪਰਵਰਿਸ਼ ਕਰਦੇ ਆ ਨਾ, ਸਾਨੂੰ ਆਪਣੇ ਬੱਚਿਆਂ ਦੇ ਬਾਰੇ ਕੋਈ ਗਿਆਨ ਨਹੀਂ। ਹੈਰਾਨਗੀ ਦੀ ਗੱਲ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਪ੍ਰਗਟੀ। ਅੱਜ ਕੱਲ੍ਹ ਸਕੂਲ ਬੰਦ ਹੋਣ ਕਰਕੇ ਆਨਲਾਈਨ ਪੜ੍ਹਾਈ ਦਾ ਸਿਲਸਿਲਾ ਚੱਲ ਰਿਹਾ ਅਤੇ ਕੋਈ 6ਵੀਂ 7ਵੀਂ ਕਲਾਸ ਦੇ ਬੱਚਿਆਂ ਦਾ ਕੋਈ ਆਪਸੀ ਗਰੁੱਪ ਬਣਿਆ ਹੋਇਆ ਸੀ। ਉਹਦੇ ਵਿੱਚ ਉਹਨਾਂ ਨੇ ਇੰਨੀਆਂ ਭਿਆਨਕ ਗੱਲਾਂ ਕੀਤੀਆਂ ਕਿ ਸਾਰੇ ਬੱਚਿਆਂ ਨੂੰ ਜੇਲ੍ਹ ਦੇ ਵਿੱਚ ਲਿਜਾਣਾ ਪਿਆ। ਆਪ ਜੀ ਕਲਪਨਾ ਕਰ ਸਕਦੇ ਹੋ ਕਿਹੜੀਆਂ ਗੱਲਾਂ ਹੋਣਗੀਆਂ। 6-7 ਸਾਲ ਦੀ ਉਮਰ ਦੇ ਬੱਚੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਪਹਿਲਾਂ ਮੈਂ ਸੋਚਦਾ ਹੁੰਦਾ ਸੀ ਸ਼ਾਇਦ ਜੋਬਨ ਅਵਸਥਾ ਦੇ ਵਿੱਚ ਜਾ ਕੇ ਕਾਮ ਦੀ ਵਾਸ਼ਨਾ ਗ੍ਰਸਤ ਕਰਦੀ ਹੈ। ਇੰਨਾ ਭਿਆਨਕ ਸਿਲਸਿਲਾ ਦੇਖਿਆ। 6 ਸਾਲ ਦੇ ਬੱਚੇ 'ਚ ਵੀ ਕਾਮਨਾ ਦੇ ਵਾਕ ਉਹਦੀ ਜ਼ੁਬਾਨ 'ਤੇ ਨੇ, ਉਹਦੇ ਸਰੀਰ ਦੀ ਹਰਕਤ ਕਾਮ ਵਾਸਨਾ ਵਾਲੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਪ ਤਪ ਸੀਲ ਵਿਦਾਰਣ ਹੈ। ਗੱਲ ਕੀ, ਅਸੀਂ ਚਿੰਤਾ ਨਹੀਂ ਕਰਦੇ। ਇਹਦਾ ਇੱਕ ਲੱਛਣ ਆਪਦੇ ਸਨਮੁਖ ਰੱਖਦੇ ਹਾਂ। ਕਦੇ ਕਿਤੇ ਮੈਂ ਨਹੀਂ ਕਹਿ ਰਿਹਾ ਕਿ ਇਹ ਨੁਕਤਾ ਮੇਰਾ ਸਹੀ ਹੋਵੇ, ਪਰ ਜਿੰਨਾ ਕੁ ਮੈਨੂੰ ਲੱਗਦਾ ਹੋ ਸਕਦਾ ਠੀਕ ਨਾ ਹੋਵੇ, ਤਾਂ ਇਵੇਂ ਹੋ ਸਕਦਾ। ਅੱਜ ਮਨੁੱਖ ਦਾ ਦਿਲ ਭਾਵੇਂ ਕੱਢ ਲਓ, ਮੋਬਾਈਲ ਨਹੀਂ ਛੱਡਣਾ ਚਾਹੁੰਦਾ। ਉਹਦਾ ਅੱਧਾ ਸੰਸਾਰ ਉਹਦੇ ਵਿੱਚ ਕੈਪਚਰ ਹੋਇਆ ਪਿਆ। ਉਹਦਾ ਫਿਰ ਕੀ, ਉਹਦੇ ਬੜੇ ਬੜੇ ਮਨੋਵਿਗਿਆਨਕ ਤੌਰ 'ਤੇ ਉਹਨੇ ਬੜੇ ਉਹਦੇ ਉੱਪਰ ਅੰਕੁਸ਼ ਲਗਾਏ ਹੁੰਦੇ ਨੇ, ਨਿੱਕੀ ਨਿੱਕੀ ਗੱਲ ਦੇ ਉੱਪਰ। ਤਾਂ ਉਹਨੂੰ ਲੱਗਦਾ ਉਦਾਹਰਨ ਦੇ ਤੌਰ 'ਤੇ ਉਹਦੇ ਕੋਲ ਮੋਬਾਈਲ ਖੋ ਕੇ ਜਿਹੜੀ ਮਰਜ਼ੀ ਚੀਜ਼ ਮੰਗ ਲਓ ਤੁਹਾਨੂੰ ਦੇਣ ਲਈ ਤਿਆਰ ਹੋ ਜਾਏਗਾ। ਕਿਉਂ? ਉਹਦਾ ਸਾਰਾ ਸੰਸਾਰ ਉਹਦੇ ਵਿੱਚ ਕੈਦ ਹੋ ਗਿਆ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਪ ਤਪ ਸੀਲ ਵਿਦਾਰਣ। ਬੜੇ ਮੈਨੂੰ ਯਤਨ ਕਰਦੇ ਜੀ, ਤੁਸੀਂ ਬਾਣੀ ਪੜ੍ਹਦੇ ਹੋ, ਸਾਡੇ ਬੱਚਿਆਂ ਨੂੰ ਵੀ ਕਿਹਾ ਕਰੋ। ਤਾਂ ਮੈਂ ਕਈਆਂ ਨੂੰ ਸੱਦਿਆ ਵੀ, ਗੱਲਬਾਤ ਕੀਤੀ। ਤਾਂ ਮੈਂ ਕਿਹਾ ਜੀ ਤੁਸੀਂ ਕੀ ਕਰਦੇ ਹੋ? ਫਿਰ ਮੈਨੂੰ ਪਤਾ ਸੀ ਕਿ ਬੱਚੇ ਅੱਜ ਕੱਲ੍ਹ ਆਹ ਕਰਦੇ ਨੇ। ਤਾਂ ਕਹਿੰਦੇ ਜੀ ਆਹ ਕਰਦੇ। ਮੈਂ ਕਿਹਾ ਜੀ ਸਾਰਾ ਚਿੱਤ ਤਾਂ ਇਹਦਾ ਇੰਨੇ ਚਰਾਇਆ ਹੋਇਆ, ਗੁਰਬਾਣੀ 'ਚ ਕਿੱਧਰ ਦਖਲ ਦੇ ਲਏਗਾ? ਕਿਉਂਕਿ ਉਹਦੇ 'ਚੋਂ ਰਸ ਹੀ ਨਹੀਂ ਆ ਰਿਹਾ। ਇੰਦਰਿਆਵੀ ਭੁੱਖ ਦਾ ਤਾਂ ਸ਼ੁਰੂ ਤੋਂ ਹੀ ਗੁਲਾਮ ਹੋ ਗਿਆ। ਜੇ ਉਹਦੀ ਭੁੱਖ ਤੋਂ ਉੱਪਰ ਉੱਠੇਗਾ ਤਾਂ ਹੀ ਗੁਰਬਾਣੀ ਦੇ ਸੱਤ ਆਚਰਣ ਵੱਲ ਜਾਏਗਾ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਜਪ ਤਪ ਸੀਲ ਵਿਦਾਰਣ ਹੈ, ਅਲਪ ਸੁੱਖ ਅਵਿੱਤ ਚੰਚਲ ਊਚ ਨੀਚ ਸਮਾਵਣੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਥੋੜ੍ਹੇ ਜਿਹੇ ਸਮੇਂ ਦਾ ਹੀ ਸੁੱਖ ਹੈ, ਔਰ ਇਹ ਵੀ ਸੁੱਖ ਇਹੋ ਜਿਹਾ ਹੈ ਕਿ ਜਿਵੇਂ ਇੱਕ ਵਾਰੀ ਤਾਂ ਆਉਂਦਾ ਹੈ, ਬਾਅਦ 'ਚ ਐਡੀ ਵੱਡੀ ਮਤਲਬ ਜੀਵਨ ਦੇ ਵਿੱਚ ਮਾਨਸਿਕ ਸੰਕਟ ਬਣਦਾ। ਗੁਰੂ ਸਾਹਿਬ ਜੀ ਕਹਿੰਦੇ ਥੋੜ੍ਹੇ ਜਿਹੇ ਸਮੇਂ ਦਾ ਅਵਿੱਤ ਚੰਚਲ, ਔਰ ਇੱਕ ਛਿਨ ਦੇ ਵਿੱਚ ਐਸੀ ਹਰਕਤ ਕਰਾ ਦਿੰਦਾ ਹੈ, ਸਮੁੱਚਾ ਜਿਹੜਾ ਜੀਵਨ ਹੈ ਉਹ ਰਸਾਤਲ ਦੇ ਨਾਲ, ਗਿਰਾਵਟ ਦੇ ਨਾਲ ਭਰ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਊਚ ਨੀਚ ਸਮਾਵਣੇ, ਅਤੇ ਸਦਾ ਹੀ ਊਚ ਨੀਚ ਵਾਲੀਆਂ ਹਸਤੀਆਂ ਦੇ ਵਿੱਚ ਮਰਜ਼ਾਦਾ ਤੋਂ ਬਾਹਰ ਹੀ ਕਰਕੇ ਭਟਕਾਉਂਦਾ ਰਹਿੰਦਾ। ਗੁਰੂ ਜੀਵਨ ਦਾ ਪ੍ਰਮਾਣ ਹੈ ਸਾਡੇ ਸਾਹਮਣੇ। ਭਾਈ ਜੋਗਾ ਜੀ ਅਸੀਂ ਸਾਰੇ ਘਟਨਾ ਜਾਣਦੇ, ਮੈਂ ਸਿਰਫ ਉਹਦੀ ਸੰਕੇਤ ਮਾਤਰ ਕਹਾਂਗਾ। ਤਾਂ ਸਤਿਗੁਰੂ ਸਾਹਿਬ ਜੀ ਨੇ ਕੀ ਕਿਹਾ ਕਿ ਜਦੋਂ ਤੀਜੀ ਵਾਰੀ ਗਏ ਤਾਂ ਉਦੋਂ ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਤਾਂ ਗੁਰੂ ਸਰੂਪ ਦੀ ਭਾਖਿਆ ਵਾਲੇ ਇੱਕ ਇਨਸਾਨ ਨੇ ਕਿਹਾ ਕਿ ਭਾਈ ਗੁਰਸਿੱਖ ਤੇਰਾ ਅੰਮ੍ਰਿਤ ਵੇਲਾ ਹੈ, ਤਾਂ ਘੱਟੋ ਘੱਟ ਹੁਣ ਤਾਂ ਆਪਣੇ ਗੁਰੂ ਦੀ ਯਾਦ ਦੀ ਸੰਭਾਲ ਕਰ। ਉੱਥੇ ਜਾ ਕੇ ਜਾਗਿਆ। ਇਸ ਕਰਕੇ ਕੋਈ ਦਾਵਾ ਨਹੀਂ। ਕੱਲ੍ਹ ਵੀ ਮੈਂ ਆਪ ਜੀ ਦੇ ਨਾਲ ਸਾਂਝ ਕੀਤੀ ਸੀ ਕਿ ਵਿਕਾਰਾਂ ਤੋਂ ਛੁਟਕਣ ਦਾ ਕੋਈ ਢੰਗ ਨਹੀਂ ਹੈ। ਸ਼ਬਦ ਵਿਚਾਰ ਪਤਾ ਕੀ ਕਰ ਸਕਦੀ ਹੈ? ਤੁਹਾਨੂੰ ਤਮਾਮ ਗਿਆਨ ਦੇ ਸਕਦੀ ਹੈ। ਜਿਵੇਂ ਕਿੰਨੇ ਨੁਕਤੇ ਅਸੀਂ ਵਿਚਾਰੇ ਨੇ, ਇਹ ਗਿਆਨ ਤੁਹਾਡੇ ਕੋਲ, ਸਾਡੇ ਸਾਰਿਆਂ ਕੋਲ ਆ ਗਿਆ। ਹੁਣ ਆਪਣੀ ਅਰਦਾਸ ਨੂੰ, ਆਪਣੀ ਸਾਧਨਾ ਨੂੰ ਵੱਡੀਆਂ ਕਰੋ। ਤਾਂ ਇਸੇ ਪ੍ਰਕਾਰ ਕਹਿੰਦੇ ਕੋਈ ਬੰਦਾ ਕਿਸੇ ਮਹਾਤਮਾ ਕੋਲ ਗਿਆ, ਕਹਿੰਦਾ ਮੇਰਾ ਵਾਸਨਾ ਤੋਂ ਖਹਿੜਾ ਨਹੀਂ ਛੁੱਟਦਾ। ਕਹਿੰਦਾ ਕੋਈ ਨਾ ਛੁਟਵਾ ਦਿਆਂਗਾ। ਉਹਨੂੰ ਲੈ ਗਿਆ ਸ਼ੈਣਾ ਥੋੜੀ ਨਾਲ ਲੈ ਕੇ, ਕਹਿੰਦਾ ਆ ਜਿਹੜੀ ਚਟਾਨ ਇਹਨੂੰ ਕੱਟ ਕੇ ਇਹਦੇ ਵਿੱਚੋਂ ਨਹਿਰ ਕੱਢਣੀ ਹੈ, ਤਾਂ ਇਹਨੂੰ ਕਰੀ ਜਾ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕਰੀ ਗਿਆ, 10-12 ਦਿਨ ਕਰੀ ਗਿਆ।
ਉਹਨੇ ਕੋਲ ਸੱਦਿਆ, ਕਹਿਣ ਲੱਗਾ ਕਿ ਹੁਣ ਦੱਸ। ਕਹਿੰਦਾ ਕੋਈ ਖਿਆਲ ਨਹੀਂ ਹੈ। ਕਹਿੰਦਾ ਸਿਰਫ ਵਾਸਨਾ ਨੂੰ ਕਾਬੂ ਕਰਨ ਦਾ ਇੱਕੋ ਹੀ ਢੰਗ ਹੈ ਕਿ ਆਪਣੇ ਮਨ ਨੂੰ ਕਿਸੇ ਨਾ ਕਿਸੇ ਧੁਨ ਦੇ ਵਿੱਚ ਲਗਾਈ ਰੱਖੋ। ਜੇ ਇਹਨੂੰ ਕਿਸੇ ਨਾ ਕਿਸੇ ਧੁਨ ਵਿੱਚ ਰੱਬੀ ਮਾਰਗ ਵਾਲੇ ਪਾਸੇ ਨਾ ਲਗਾਇਆ ਤੇ ਤੁਹਾਨੂੰ ਆਪਣੀ ਧੁਨ ਵਾਲੇ ਪਾਸੇ ਲਗਾ ਲਏਗਾ, ਫਿਰ ਤੁਹਾਡਾ ਨਾਚ ਬੰਦ ਨਹੀਂ ਹੋਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ। ਤਾਂ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ 'ਚ ਬਾਰ-ਬਾਰ ਸਾਨੂੰ ਐਸੀ ਬਖਸ਼ਿਸ਼ ਕੀਤੀ ਹੈ ਕਿ ਮਾਲਕ ਆਪ ਹੀ ਇਹਨਾਂ ਵਿਕਾਰਾਂ ਤੋਂ ਖਹਿੜਾ ਛੁਡਵਾਓ। ਇਸ ਕਰਕੇ ਮੈਂ ਤਾਂ ਕਈ ਵਾਰੀ ਆਖਦਾ ਕਿ ਸਤਸੰਗੀਆਂ ਦੀ ਅਰਦਾਸ ਕੁਝ ਹੋਰ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਮਾਲਕ ਸਾਡਾ ਨਿਤਨੇਮ ਲਗਾਤਾਰ ਬਣਿਆ ਰਹੇ, ਸਾਡੇ ਹਿਰਦੇ ਦਾ ਸੰਤੁਲਨ ਬਣਿਆ ਰਹੇ, ਵਿਕਾਰਾਂ ਤੋਂ ਸਾਡੀ ਰੱਖਿਆ ਹੁੰਦੀ ਰਹੇ। ਤਾਂ ਇਹ ਅਰਦਾਸ ਕਰਿਆ ਕਰੋ। ਬਾਕੀ ਤਾਂ ਤੁਹਾਡੀ ਫਿਕਰਾਂ ਸਾਰੇ ਕਰ ਲੈਣਗੇ। ਕਦੀ ਤੁਹਾਡੇ ਪਰਿਵਾਰ ਨੇ ਤੁਹਾਡੀ ਚਿੰਤਾ ਕੀਤੀ ਹੈ ਕਿ ਅੱਜ ਤੁਹਾਡਾ ਨਿਤਨੇਮ ਰਹਿ ਗਿਆ ਅਤੇ ਚੱਲ ਮੈਂ ਕਰ ਦਿੰਦਾ, ਤੂੰ ਕੋਲ ਬਹਿ ਕੇ ਸੁਣ ਲੈ। ਇਸ ਤਰ੍ਹਾਂ ਦਾ ਕੋਈ ਨਹੀਂ ਚਿੰਤਾ ਕਰਦਾ। ਇਸ ਕਰਕੇ ਜਿਹੜੀ ਚਿੰਤਾ ਦੂਜਾ ਨਹੀਂ ਕਰ ਸਕਦਾ ਉਹ ਚਿੰਤਾ ਖੁਦ ਕਰੋ, ਅਤੇ ਅਰਦਾਸ ਦੇ ਵਿੱਚ ਵੀ ਉਹੀ ਕੁਝ ਸ਼ਾਮਲ ਕਰੋ। ਤਾਂ ਇਸੇ ਪ੍ਰਕਾਰ ਜਿਵੇਂ ਮੈਂ ਕਿਸੇ ਦਫਾ ਮੈਂ ਨਤਮਸਤਕ ਹੋ ਰਿਹਾ ਸੀ ਤਾਂ ਮੇਰੇ ਨੇੜੇ ਕੋਈ ਬਜ਼ੁਰਗ ਸੀ ਕਾਫੀ ਵੱਡੀ ਉਮਰ ਦਾ। ਉਹਨੇ ਪਤਾ ਨਹੀਂ ਸੈਂਕੜੇ ਵਾਰੀ ਲਫ਼ਜ਼ ਕਹਿ ਦਿੱਤਾ ਹੋਣਾ, ਬਖਸ਼ ਲੈ ਬਖਸ਼ ਲੈ। ਮੈਂ ਖੁਦ ਨਮਸਕਾਰ ਕਰਦਾ ਮੇਰਾ ਧਿਆਨ ਉੱਧਰ ਚਲਾ ਗਿਆ। ਤਾਂ ਮੈਂ ਉਹਨੂੰ ਬਾਹਰ ਜਾ ਕੇ ਪੁੱਛ ਹੀ ਲਿਆ, ਮੈਂ ਕਿਹਾ ਜੀ ਇੰਨੀ ਵਾਰੀ ਕਹਿਣ ਦਾ ਕੀ ਮਤਲਬ ਹੈ? ਵੀ ਕੋਈ ਜ਼ਿਆਦਾ ਹੀ ਪਾਪ ਕੀਤੇ ਹੋਣੇ ਜਿਹੜਾ ਹਜ਼ਾਰਾਂ ਵਾਰੀ ਕਹਿ ਰਹੇ ਹੋ? ਕਹਿੰਦਾ ਪੁੱਤਰ ਕਥਾ ਸੁਣੀ ਸੀ, ਉਹਦੇ ਵਿੱਚ ਲੱਗਿਆ ਸੀ ਪਤਾ ਕਿ ਬੜੇ ਪਾਪ ਬੰਦੇ ਕੋ ਅਚੇਤ ਹੀ ਹੋ ਜਾਂਦੇ ਨੇ। ਚੱਲ ਕਹਿੰਦਾ ਜਿੰਨੇ ਕੁ ਯਾਦ ਕੀਤੇ ਨੇ ਉਨਿਆਂ ਕੁ ਦਾ ਪਤਾ, ਜਿਹੜੇ ਅਚੇਤ ਹੋ ਗਏ ਨੇ ਫਿਰ ਇਹਦਾ ਕਹਿੰਦਾ ਮੈਨੂੰ ਇੰਨਾ ਕੁ ਸਮਝ ਆਇਆ ਕਿ ਪਾਪ ਅਗਿਣਤ ਨੇ, ਇਸ ਕਰਕੇ ਬਖਸ਼ ਲੈਣਾ ਵੀ ਅਨੇਕਾਂ ਵਾਰੀ ਕਹੀਏ ਤਾਂ ਕਿ ਵਾਕਿਆ ਹੀ ਬਖਸ਼ੇ ਜਾਈਏ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਤਵ ਭੈ ਬਿਮੁੰਚਿਤ, ਹੇ ਅਕਾਲ ਪੁਰਖ ਇਹ ਤੇਰੇ ਸਾਰੇ ਰਚਨਾ ਦਾ ਪ੍ਰਪੰਚ ਰਚਿਆ ਹੋਇਆ ਹੈ, ਤੂੰ ਇਹਦੇ ਵਿੱਚ ਸਾਨੂੰ ਪਾਇਆ ਹੋਇਆ ਹੈ। ਪਰ ਤੇਰੀ ਸ਼ਰਨ ਆਉਣ ਦੇ ਨਾਲ ਇਹਦਾ ਭੈ, ਇਹਦੀ ਫਾਹੀ, ਇਹਦੇ ਬੰਧਨ, ਇਹਦਾ ਪ੍ਰਭਾਵ ਕੱਟਿਆ ਜਾਂਦਾ ਹੈ। ਸਾਧ ਸੰਗਮ ਜਿਹੜਾ ਸਾਧ ਪੁਰਖ ਸੰਗਤ ਹੋ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਓਟ ਨਾਨਕ ਨਾਰਾਇਣ, ਹੇ ਅਕਾਲ ਪੁਰਖ ਕੇਵਲ ਸਾਨੂੰ ਤੇਰੀ ਹੀ ਓਟ ਹੈ ਕਿ ਤੂੰ ਇਸੇ ਪ੍ਰਕਾਰ। ਤਾਂ ਕਰਕੇ ਗੁਰੂ ਸਾਹਿਬ ਜੀ ਨੇ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ। ਜਾਂ ਗੁਰਬਾਣੀ ਦੇ ਵਿੱਚ ਵਾਕ ਹੈ, ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਨਸ ਵੰਜੋ ਕਿਲ ਵਿਖੋ ਕਰਤਾ ਕਰ, ਆਇਆ ਕਿ ਆਪਣੇ ਹਿਰਦੇ ਵਿੱਚ ਰੱਬੀ ਯਾਦ ਨੂੰ ਥਾਂ ਦਿਓ, ਨਾ ਕਿ ਵਿਕਾਰਾਂ ਦੇ ਤਲ ਨੂੰ। ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗਤ ਦੇ ਵਿੱਚ ਜਾਣ ਦੇ ਨਾਲ ਵਿਚਾਰ ਨਿਰਮਲ ਹੋ ਜਾਂਦੇ ਨੇ, ਜੀਵਨ ਦੀ ਮਰਿਆਦਾ ਸਮਝ ਦੇ ਵਿੱਚ ਆਉਂਦੀ ਹੈ, ਜੀਵਨ ਦਾ ਵੱਡਾ ਅਰਥ ਸਮਝ ਵਿੱਚ ਆਉਂਦਾ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਪਾਵਨ ਸ਼ਲੋਕ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ। ਅਸੀਂ ਆਪਣੇ ਆਪ ਨੂੰ ਗੁਰੂ ਸ਼ਬਦ ਦੀ ਸਾਧਨਾ ਦੇ ਨਾਲ, ਗੁਰੂ ਸ਼ਬਦ ਦੇ ਅਭਿਆਸ ਨਾਲ ਵਿਕਾਰਾਂ ਦੇ ਤਲ ਤੋਂ, ਵਾਸਨਾ ਦੇ ਤਲ ਤੋਂ ਉੱਪਰ ਉਠਾਉਣ ਦਾ ਯਤਨ ਕਰੀਏ ਅਤੇ ਸ਼ੁੱਧ ਰੂਪ ਵਿੱਚ ਹੋ ਕੇ ਗੁਰੂ ਕੇ ਮਹਿਰਾਮਤ ਦੇ ਵਾਕ ਪੜ੍ਹੀਏ। ਹੁਣ ਜਿਵੇਂ ਰੋਜ਼ਾਨਾ ਵਾਕ ਪੜ੍ਹਦੇ ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਾਂ ਹੁਣ ਮਨੁੱਖ ਵਿਚਾਰ ਕਰ ਲਵੇ ਕਿ ਜਿਵੇਂ ਪੁਰਾਣਾ ਨੋਟ ਦੁਕਾਨ 'ਤੇ ਨਹੀਂ ਨਾ ਚੱਲਦਾ, ਤਾਂ ਜਿਹੜੇ ਮਨ ਵਿੱਚ ਇਹਦੀ ਗੱਲ ਕਰ ਰਹੇ ਇਸ ਮਨ ਅੰਦਰ ਕਿਹੜਾ ਕੁਝ ਵਿਆਪਤ ਹੈ, ਪਹਿਲਾਂ ਇਹਦੀ ਵਿਚਾਰ ਕਰ ਲੈਣੀ ਵੀ ਜ਼ਰੂਰੀ ਹੈ। ਸਤਿਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦੇ ਜੀਵਨ ਦਾ ਗੁਰਮੁਖੀ ਜਗਤ ਬਣੇ, ਗੁਰਮੁਖੀ ਜਗਤ ਦੇ ਵਿੱਚ ਰਹਿ ਕੇ ਸ਼ੁੱਧ ਸਰੂਪ ਵਾਲਾ, ਸ਼ੁੱਧ ਵਿਵਹਾਰ ਵਾਲਾ ਜੀਵਨ ਜੀ ਕੇ ਸਤਿਗੁਰੂ ਕੇ ਮਿਹਰਾਮਤ ਦੇ ਪਾਤਰ ਬਣੀਏ ਜੀ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ, ਕਿਉਂਕਿ ਵਿਸ਼ਾ ਐਸਾ ਸੀ ਹੋ ਸਕਦਾ ਕਈ ਵਾਰੀ ਆਮ ਮਾਨਸਿਕਤਾ ਇਹਦੇ ਉੱਪਰ ਇਤਰਾਜ਼ ਕਰ ਦਿੰਦੀ ਹੈ, ਪਰ ਸਤਿਗੁਰੂ ਕਿਰਪਾ ਕਰੇ ਸਾਨੂੰ ਵਿਚਾਰਕ ਤੌਰ 'ਤੇ, ਵਿਵਹਾਰਕ ਤੌਰ 'ਤੇ, ਮਾਨਸਿਕ ਤੌਰ 'ਤੇ ਗੁਰੂ ਸ਼ਬਦ ਦਾ ਸਮੁੱਚਾ ਅਭਿਆਸ ਕਰਨਾ ਆ ਜਾਵੇ। ਸਾਡਾ ਸਾਰਿਆਂ ਦਾ ਜੀਵਨ ਸਫਲ ਹੋ ਜਾਵੇ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।